ਇਹ ਤਾਂ ਵਕਤ ਹੀ ਦੱਸੂਗਾ। ਜਿਹਦਾ ਪਲੜਾ ਭਾਰੀ ਪੈ ਗਿਆ ਉਹ ਜਿੱਤੂਗਾ। ਕਿਸਾਨ ਜਥੇਬੰਦੀਆਂ 'ਚ ਬਜ਼ੁਰਗ ਜਾਂਦੇ ਸੀ, ਡਾਂਗਾ ਉਹ ਨਹੀਂ ਖਾਣਗੇ। ਜੇ ਡਾਂਗਾ ਖਾਣੀਆਂ ਪਈਆਂ, ਗੋਲੀਆਂ ਖਾਣੀਆਂ ਪਈਆਂ, ਪਰਚੇ ਪਰਾਉਣੇ ਪਏ ਤਾਂ ਇਹ ਨੌਜਵਾਨੀ ਦਿੱਲੀ ਵਿੱਚ ਝੁਕ ਜੂ, ਦਿੱਲੀ ਦੀਆਂ ਵੱਡੀਆਂ ਤਾਕਤਾਂ ਵਿੱਚ ਹੋ ਜਾਣ। ਜੇ ਲੜਾਈ ਆਰ ਪਾਰ ਦੀ ਲੜਨੀ ਪੈਗੀ ਤਾਂ ਦਿੱਲੀ ਸਾਨੂੰ ਦੂਰ ਨਹੀਂ ਹੈਗਾ, 3 ਘੰਟੇ ਦਾ ਰਸਤਾ ਅਸੀਂ ਜਾ ਵੜਾਂਗੇ। ਕੋਈ ਸਿਆਸਤ ਲਾਤੀ ਉੱਥੇ ਗੱਲ ਦਾ ਯਕੀਨ ਨਹੀਂ ਕੀਤਾ ਜਾ ਸਕਦਾ। ਅਸੀਂ ਸਿਆਸੀ ਲੋਕ ਤਾਂ ਹੈ ਨਹੀਂਗੇ, ਇੱਦਾਂ ਸਿੰਪਲ ਹੈਗੇ ਆ ਕਿ ਕਿਸਾਨ ਦੇ ਮੁੰਡੇ ਆ, ਕਿਸਾਨਾਂ ਦੇ ਬੇਟੇ ਆ, ਉਹਨਾਂ ਦੇ ਨਾਲ ਚੱਲੇ ਹੋਏ ਆ। ਇਕੱਠੇ ਹੋ ਜਾਓ, ਛੱਡ ਦਿਓ ਬਾਦਲਾਂ ਕੈਪਟਨਾਂ ਦੇ ਖਹਿੜੇ। ਸਾਡੇ ਸਕੇ ਨਹੀਂ ਹੈਗੇ, ਇਹਨਾਂ ਨੇ ਸਾਨੂੰ ਮਾਰਿਆ ਹੀ ਹੈ। ਐਤਕੀ ਦਰਦ ਦਿਲੋਂ ਮਹਿਸੂਸ ਹੋਇਆ ਕਿ ਨਹੀਂ ਯਾਰ, ਇਸ ਤੋਂ ਬਾਅਦ ਖਤਮ ਹੋ ਜਾਾਂਗੇ। ਇਹ ਲੜਾਈ ਤਾਂ ਲੜਨੀ ਪੈਣੀ ਹੈ। ਤੁਸੀਂ ਇਹ ਨਾ ਸੋਚੋ ਵੀ ਸਾਨੂੰ ਖੇਤੀ ਕਰਨੀ ਨਹੀਂ ਆਉਂਦੀ। ਸਾਡਾ ਤਾਂ 4 ਸਾਲ ਦਾ ਜਵਾਕ ਟਰੈਕਟਰ ਤੇ ਚੜ੍ਹ ਜਾਂਦਾ। ਇੱਥੋਂ ਹੀ ਗਏ ਆ, ਚਾਹੇ ਸਾਡੀ 2 ਕਿੱਲੇ ਜ਼ਮੀਨ ਸੀ, 3 ਕਿੱਲੇ ਜ਼ਮੀਨ ਸੀ, ਖਾਣ ਨੂੰ ਰੋਟੀ ਹੈਗੀ ਸੀ ਨਹੀਂ, ਆਏ ਉੱਥੋਂ ਹੀ ਆ। ਤੁਹਾਨੂੰ ਹੁਣ ਤਾਂ ਸਮਝ ਪੈ ਗਈ ਨਾ ਕਿ ਜਿਹੜਾ ਇੱਕ ਰਿਲਾਇੰਸ ਮਾਰਕੀਟ ਨੇ ਤੁਹਾਡਾ ਸਾਰਾ ਕਾਰੋਬਾਰ ਠੱਪ ਕਰਤੇ ਸੀਗੇ, ਤਬਾਹ ਕਰਤੇ ਤੁਹਾਨੂੰ ਕਾਰੋਬਾਰ ਨੂੰ ਤੁਹਾਡੇ ਨੂੰ। ਉਹ ਹੁਣ ਤੁਸੀਂ ਉਹੀ ਕਹਿ ਰਹੇ ਹੋ ਬਈ ਜਿੱਦਾਂ ਦੀ ਬੰਦ ਆ ਕਿ ਉਦੋਂ ਸਾਡੇ ਸਾਰੇ ਬਾਜ਼ਾਰਾਂ 'ਚ ਰੌਣਕ ਆ ਗਈ, ਦੂਜਿਆਂ 'ਚ ਦੁਕਾਨਾਂ ਦੇ ਉਹਨਾਂ ਨੂੰ ਮੁਨਾਫਾ ਹੀ ਹੋਣ ਲੱਗ ਗਏ। ਤੇ ਤੁਸੀਂ ਹੁਣ ਤਾਂ ਆ ਕੇ ਬਹਿ ਜਾਓ। ਬਹੁਤ ਵਧੀਆ ਤਰੀਕੇ ਨਾਲ ਜਾ ਰਿਹਾ, ਤੁਸੀਂ ਪੀਕ ਤੇ ਜਾ ਰਹੇ ਹੋ। ਬਸ ਏਕਾ ਰੱਖਿਓ। ਆ ਜਦ ਕਿਸਾਨ ਤੇਰੇ ਵੱਲ ਨੂੰ ਆਏ, ਤੂੰ ਭੱਜੇਂਗੀ ਫਿਰ ਦੂਰ ਦਿੱਲੀਏ। ਸੋ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਧਰਨਿਆਂ ਦੇ ਉੱਤੇ ਨੇ, ਸੜਕਾਂ ਦੇ ਉੱਤੇ ਨੇ। ਉਹਨਾਂ ਨੂੰ ਕਲਾਕਾਰਾਂ ਦਾ, ਐਕਟਰਸ ਦਾ ਸਮਰਥਨ ਮਿਲ ਰਿਹਾ। ਤੇ ਕਰਤਾਰ ਚੀਮਾ ਜੀ ਸਾਡੇ ਨਾਲ ਨੇ ਇਸ ਵੇਲੇ। ਕਿਸ ਤਰ੍ਹਾਂ ਤੁਸੀਂ ਕਿਸਾਨੀ ਅੰਦੋਲਨ ਦਾ ਸਮਰਥਨ ਕਰੋਗੇ? ਕੀ ਅਗਲਾ ਤੁਹਾਡਾ ਟੀਚਾ ਹੋਊਗਾ? ਬਈ ਦੇਖੋ, ਸੰਘਰਸ਼ ਕਿਸਾਨ ਕਰਦੇ ਨੇ। ਅਸੀਂ ਸਿੰਗਰ ਸਾਰੇ ਜੋ ਹੈਗੇ ਆ ਉਹਨਾਂ ਦੇ ਪੁੱਤ ਹੋਣ ਦੇ ਨਾਂ ਤੇ ਉਹਨਾਂ ਦੇ ਨਾਲ ਆ। ਅਸੀਂ ਤਾਂ ਸਿਰਫ ਇੰਨਾ ਕਹਿ ਸਕਦੇ ਆ ਯੂਥ ਨੂੰ ਕਿ ਵੱਧੋ ਵੱਧ ਆ ਕੇ ਸਾਥ ਦਿਓ ਤੇ ਸ਼ਾਂਤਮਈ ਢੰਗ ਨਾਲ ਜੋ ਵੀ ਕਿਤੇ ਬਹਿ ਸਕਦਾ ਨਾਲ ਦੇ ਧਰਨੇ ਜਾ ਕੇ ਬੈਠੋ, ਤਾਂ ਕਿ ਇੱਕ ਗੈਦਰਿੰਗ ਪੰਜਾਬ ਦੀ, ਇਕੱਠ ਪੰਜਾਬ ਦੀ ਏਕਤਾ ਲੋਕਾਂ ਨੂੰ ਦਿਸੇ, ਤਾਂ ਕਿ ਜੋ ਸਾਡੇ ਕਿਸਾਨ ਵੀਰਾਂ ਨਾਲ ਧੱਕਾ ਹੋ ਰਿਹਾ ਜਾਂ ਬਿੱਲ ਨਹੀਂ ਵਾਪਸ ਕੀਤੇ ਜਾ ਰਹੇ ਉਹਨਾਂ ਨੂੰ ਵਾਪਸ ਲਿਆ ਜਾਵੇ। ਸਿੰਪਲ ਜੀ ਅਪੀਲ ਆ। ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਅੱਜ ਬਹੁਤ ਸਾਰੇ ਕਲਾਕਾਰ ਵੀ ਕਿਸਾਨਾਂ ਦੇ ਨਾਲ ਧਰਨਿਆਂ ਦੇ ਉੱਤੇ ਨਜ਼ਰ ਆ ਰਹੇ ਨੇ। ਸਾਰੇ ਨਹੀਂ, ਸਾਰੇ ਕਲਾਕਾਰ। ਹਾਂ, ਸਾਰੇ, ਲਗਭਗ ਸਾਰੇ ਕਲਾਕਾਰ ਆ ਰਹੇ ਨੇ ਧਰਨਿਆਂ ਦੇ ਉੱਤੇ। ਤੇ ਇਸ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਕਿਸਾਨਾਂ ਦਾ ਅੰਦੋਲਨ ਹੈਗਾ ਇਹ ਜਿੱਤ ਵੱਲ ਵਧੂਗਾ? ਦੇਖੋ ਜੀ, ਇਹ ਤਾਂ ਵਕਤ ਹੀ ਦੱਸੂਗਾ। ਜਿਹਦਾ ਪਲੜਾ ਭਾਰੀ ਪੈ ਗਿਆ ਉਹ ਜਿੱਤੂਗਾ, ਜਿਹਦਾ ਪਲੜਾ ਹੌਲਾ ਰਹਿ ਗਿਆ ਉਹ ਹਾਰੂਗਾ। ਤੇ ਮੈਨੂੰ ਐਂ ਲੱਗਦਾ ਵੀ ਕਿਸਾਨ ਜਥੇਬੰਦੀਆਂ ਜੋ ਵੀ ਇੱਥੇ ਡਿਸੀਜਨ ਲੈ ਰਹੀਆਂ ਨੇ, ਮੈਨੂੰ ਨਹੀਂ ਲੱਗਦਾ ਸੰਘਰਸ਼ ਛੇਤੀ ਰੁਕਣ ਵਾਲਾ। ਠੀਕ ਹੈ, ਜੋ ਵੀ ਸੰਘਰਸ਼ ਨੇ, ਜੋ ਵੱਡੇ ਵਿੱਢੇ ਗਏ ਨੇ, ਉਹਨਾਂ ਦਾ ਸਮਾਂ ਤਾਂ ਲੱਗਦਾ ਹੀ ਆ। ਹੱਕ ਮੰਗਣ ਨੂੰ, ਕੋਈ ਆਪਣੀ ਚੀਜ਼ ਮਨਾਉਣ ਨੂੰ ਸਮਾਂ ਲੱਗਦਾ। ਤੇ ਜਿੰਨਾ ਵੀ ਸਮਾਂ ਲੱਗੂਗਾ, ਸਾਰੀਆਂ ਕਿਸਾਨ ਜਥੇਬੰਦੀਆਂ ਜਿੰਨਾ ਸਾਡੇ ਤੋਂ ਸਪੋਰਟ ਹੋਊਗਾ ਸਾਰੇ ਕਰਾਂਗੇ। ਤੁਸੀਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਏ ਹੋ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਦੀ ਹਾਲਤ ਕਿਵੇਂ ਸੁਧਾਰੀ ਜਾ ਸਕਦੀ ਹੈ? ਸਰਕਾਰਾਂ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ ਜੇ ਆਪਾਂ ਇਹਨਾਂ ਕਾਨੂੰਨਾਂ ਨੂੰ ਛੱਡ ਦਈਏ? ਇਸ ਤੋਂ ਇਲਾਵਾ ਦੇਖੋ, ਕਦਮ ਤਾਂ ਪਹਿਲਾਂ ਆਹੀ ਚੁੱਕਣ ਨੂੰ ਕਹਿ ਰਹੇ ਆ, ਇਹੀ ਚੱਕ ਲਓ ਬਹੁਤ ਆ। ਉਹਦੇ ਲਈ ਸੰਘਰਸ਼ ਹੋ ਰਹੇ ਨੇ, ਏਡੇ ਜਗ੍ਹਾ ਤੇ ਬੈਠੇ ਨੇ ਲੋਕ। ਬਾਕੀ ਤਾਂ ਕਦਮਾਂ ਦੀ ਗੱਲ ਕਰਾਂਗੇ ਬਾਅਦ ਦੇ ਵਿੱਚ। ਪਹਿਲਾਂ ਤਾਂ ਆਹੀ ਸਾਡੇ ਨੇ ਜਿਹੜੇ ਸਟੈਪ, ਇਹੀ ਮੇਨ ਨੇ। ਜੀ ਮਤਲਬ ਇੱਕ ਸਵਾਲ ਜ਼ਰੂਰ ਬਣ ਰਿਹਾ ਹੈ ਕਿ ਸਾਰੀਆਂ ਸਿਆਸੀ ਧਿਰਾਂ ਇਹ ਗੱਲ ਕਹੀ ਜਾ ਰਹੀਆਂ ਨੇ ਕਿ ਅਸੀਂ ਜਿਹੜਾ MSP ਖਤਮ ਨਹੀਂ ਹੋਣ ਦਿਆਂਗੇ। ਸਰਕਾਰ ਕੱਲ੍ਹ ਨੂੰ ਕਹਿ ਵੀ ਦਿੰਦੀ ਹੈ ਕਿ ਅਸੀਂ MSP ਦੇ ਦਾਂਗੇ। ਗੱਲ ਆ ਗਈ, ਤੁਸੀਂ ਸਿਆਸਤ ਲਾਤੀ ਉੱਥੇ ਗੱਲ ਦਾ ਯਕੀਨ ਨਹੀਂ ਕੀਤਾ ਜਾ ਸਕਦਾ। ਅਸੀਂ ਸਿਆਸੀ ਲੋਕ ਤਾਂ ਹੈ ਨਹੀਂਗੇ, ਇੱਦਾਂ ਸਿੰਪਲ ਹੈਗੇ ਆ ਕਿ ਕਿਸਾਨ ਦੇ ਮੁੰਡੇ ਆ, ਕਿਸਾਨਾਂ ਦੇ ਬੇਟੇ ਆ, ਉਹਨਾਂ ਦੇ ਨਾਲ ਚੱਲੇ ਹੋਏ ਆ। ਸਿਆਸਤਦਾਨ ਕੀ ਕਹਿ ਰਹੇ ਨੇ, ਸਿਆਸਤਾਂ ਕੀ ਕਹਿੰਦੀਆਂ ਨੇ, ਉਹ ਜਾਣਨ। ਤੁਸੀਂ ਫਿਲਮਾਂ ਦੇ ਵਿੱਚ ਆਪਣੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ, ਤੇ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਵੀ ਤੁਸੀਂ ਐਜ਼ ਏ ਹੀਰੋ ਲੱਗ ਰਹੇ ਹੋ ਸਭ ਨੂੰ। ਕਿਉਂਕਿ ਨਹੀਂ ਜੀ, ਹੀਰੋ ਨਹੀਂ, ਅਸੀਂ ਸਿਰਫ ਆਪਣੇ ਹੱਕਾਂ ਦੀ ਮੰਗ ਕਰਦੇ ਆ, ਆਪਣੇ ਬਜ਼ੁਰਗਾਂ ਦੇ ਨਾਲ ਆ, ਕਿਸਾਨਾਂ ਦੇ ਨਾਲ ਆ। ਜਿਵੇਂ ਕਹਿਣਗੇ ਕੱਲ ਕੋਈ ਆਪਣੇ ਪਿਓ ਤੁਹਾਨੂੰ ਮੁੰਡਾ ਆਪਣੇ ਪੁੱਤ ਨੂੰ ਕੰਨ ਤੋਂ ਫੜ ਕੇ ਕਹਿੰਦੇ ਕਿ ਆਹ ਕੰਮ ਕਰਨਾ ਕਿ ਨਹੀਂ ਕਰੂਗਾ, ਸਿੰਪਲ ਜੀ ਗੱਲ ਆ, ਅਸੀਂ ਉਹੀ ਕਰਦੇ ਪਏ ਆ। ਨਹੀਂ, ਮੇਰਾ ਸਵਾਲ ਦਾ ਮਤਲਬ ਇਹ ਸੀਗਾ ਕਿ ਇੱਕ ਤਾਂ ਤੁਸੀਂ ਪਰਦੇ ਦੇ ਉੱਤੇ ਭੂਮਿਕਾ ਨਿਭਾਉਂਦੇ ਹੋ ਹੀਰੋ ਦੀ, ਹੈ ਨਾ, ਤੇ ਇਹਦੇ ਵਿੱਚ ਰੀਅਲ ਤੁਹਾਨੂੰ ਜ਼ਮੀਨੀ ਪੱਧਰ ਦੇ ਉੱਤੇ ਆ ਕੇ ਜਿਹੜੀ ਭੂਮਿਕਾ ਨਿਭਾਉਣੀ ਪੈ ਰਹੀ ਹੈ, ਤੇ ਤੁਹਾਨੂੰ ਕੀ ਲੱਗਦਾ ਕਿ ਕੀ ਇੱਥੋਂ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਤੁਹਾਨੂੰ? ਤੇ ਅਸੀਂ ਵੀਰੇ ਗਏ ਹੀ ਇੱਥੋਂ ਆ, ਕਿਸਾਨੀ ਤੋਂ। ਠੀਕ ਹੈ, ਇੱਥੋਂ ਹੀ ਗਏ ਆ। ਚਾਹੇ ਸਾਡੀ 2 ਕਿੱਲੇ ਜ਼ਮੀਨ ਸੀ, 3 ਕਿੱਲੇ ਜ਼ਮੀਨ ਸੀ, ਖਾਣ ਨੂੰ ਰੋਟੀ ਹੈਗੀ ਸੀ ਨਹੀਂ, ਆਏ ਉੱਥੋਂ ਹੀ ਆ। ਜੇ ਅੱਜ ਅਸੀਂ ਰੁੱਖ ਬਣ ਗਏ, ਜੜ੍ਹਾਂ ਸਾਡੀਆਂ ਉੱਥੇ ਹੀ ਜਾ ਕੇ ਉਹੀ ਕਿਸਾਨੀ ਦੇ ਵਿੱਚ ਬਹਿੰਦੀਆਂ ਨੇ। ਤੁਸੀਂ ਮੇਰੇ ਘਰ ਗੇੜਾ ਮਾਰੋਗੇ, ਤੁਹਾਨੂੰ ਉਹੀ ਸਾਰਾ ਕੁਝ ਕਿਸਾਨੀ ਦਾ ਨਜ਼ਰ ਆਊਗਾ। ਉਹੀ ਘਰ ਦੇ ਨਾਲ ਟਿਊਬਵੈੱਲ ਲੱਗਾ ਹੋਇਆ, ਉਹੀ ਖੇਤਾਂ ਦੇ ਵਿੱਚ ਫਸਲ ਖੜੀ, ਉਹੀ ਮੇਰਾ ਪਿਓ ਡੰਗਰਾਂ ਨੂੰ ਪੱਠੇ ਪਾਉਂਦਾ, ਉਹਦਾ ਕਿੱਤਾ ਹੈ। ਉਹ ਅੱਜ ਵੀ ਮੇਰੇ ਨਾਲ ਆ ਕੇ ਨਹੀਂ ਰਹਿੰਦਾ, ਉਹ ਕਹਿੰਦਾ ਮੈਂ ਇੱਥੇ ਹੀ ਕੰਮ ਕਰਨਾ। ਅੱਜ ਮੰਨਿਆ ਜਾ ਰਿਹਾ ਕਿ ਕਿਸਾਨੀ ਅੰਦੋਲਨ ਨੂੰ ਕੁਚਲਣ ਦੇ ਲਈ ਜਾਂ ਕਮਜ਼ੋਰ ਕਰਨ ਦੇ ਲਈ ਕੋਈ ਸਾਜ਼ਿਸ਼ਾਂ ਘੜੀਆਂ ਜਾ ਸਕਦੀਆਂ ਨੇ। ਸਿਆਸਤਦਾਨਾਂ ਵੱਲੋਂ ਵੀ ਘੜੀਆਂ ਜਾ ਸਕਦੀਆਂ, ਵਿਦੇਸ਼ਾਂ ਵਿੱਚ ਤਾਕਤਾਂ ਬੈਠੀਆਂ ਉਹਨਾਂ ਵੱਲੋਂ ਵੀ ਘੜੀਆਂ ਜਾ ਸਕਦੀਆਂ ਨੇ। ਕਿਸਾਨ ਭਰਾਵਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ? ਮੈਂ ਤਾਂ ਇਹੀ ਅਪੀਲ ਕਰਨਾ ਚਾਹੁੰਦਾ, ਦੇਖੋ ਤੁਸੀਂ ਜੋ ਕੰਮ ਕਰਦੇ ਪਏ ਹੋ ਉਹਦੇ ਤੇ ਲੱਗੇ ਰਹੋ। ਤਾਕਤਾਂ ਕੀ ਕਹਿੰਦੀਆਂ ਨੇ, ਏਜੰਸੀਆਂ ਕੀ ਕਹਿੰਦੀਆਂ ਨੇ, ਉਹ ਤਾਂ ਕਾਮਯਾਬ ਹੋਣਗੀਆਂ ਜੇ ਤੁਸੀਂ ਉਹਨਾਂ ਦੇ ਗੱਲਾਂ ਸੁਣੋਗੇ ਜਾਂ ਉਹਨਾਂ ਨੂੰ ਐਕਸੈਪਟ ਕਰੋਗੇ ਜਾਂ ਆਪਣੇ ਦੇ ਵਿੱਚ ਵੜਨ ਦਿਓਗੇ।
ਇੰਨੀ ਵਿੱਥੀ ਨਾ ਛੱਡੋ ਕੋਈ ਇਹੋ ਜਿਹੀ ਏਜੰਸੀਆਂ ਕੇ ਤੁਹਾਡੇ 'ਚ ਵੜ ਜਾਣ। ਬਿਲਕੁਲ ਨਹੀਂ, ਸ਼ੁਕਰੀਆ ਭਾਜੀ। ਬਿਲਕੁਲ ਕਰਤਾਰ ਚੀਮਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਭਰਾਵਾਂ ਨੂੰ ਅੱਜ ਇਕਜੁੱਟ ਰਹਿਣ ਦੀ ਲੋੜ ਹੈਗੀ ਹੈ ਤੇ ਕਿਸੇ ਸ਼ਰਾਰਤੀ ਅਨਸਰ ਨੂੰ ਵਿੱਚ ਵੜਨ ਦੀ ਤੁਸੀਂ ਸਪੇਸ ਹੀ ਨਾ ਦਿਓ। ਤੇ ਖਾਸ ਤੌਰ ਤੇ ਉਹਨਾਂ ਨੇ ਆਖਿਆ ਹੈ ਕਿ ਅੱਜ ਸਾਰੇ ਹੀ ਕਲਾਕਾਰ ਐਕਟਰਸ ਕਿਸਾਨਾਂ ਦੇ ਨਾਲ ਖੜੇ ਨੇ ਤੇ ਇਸ ਅੰਦੋਲਨ ਦੀ ਜਿਹੜੀ ਹੈਗੀ ਹੈ ਉਹ ਜਿੱਤ ਹੋਵੇਗੀ। ਸੋ ਸਾਡੇ ਨਾਲ ਇਸ ਵੇਲੇ ਗਾਇਕ ਗਲਬ ਵੜੈਚ ਜੀ ਮੌਜੂਦ ਨੇ। ਵੜੈਚ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਅੱਜ ਬਹੁਤ ਸਾਰੇ ਸਿੰਗਰ ਕਿਸਾਨਾਂ ਦੀ ਹਮਾਇਤ ਕਰ ਰਹੇ ਨੇ, ਉਹਨਾਂ ਦੇ ਨਾਲ ਖੜੇ ਨੇ, ਕਹਿੰਦੇ ਅਸੀਂ ਸਮਰਥਨ ਕਰਦੇ ਹਾਂ, ਪਰ ਸਵਾਲ ਵੱਡਾ ਇਹ ਪੈਦਾ ਹੁੰਦਾ ਹੈ ਕਿ ਤੁਸੀਂ ਕਿਸਾਨਾਂ ਦਾ ਸਮਰਥਨ ਤਾਂ ਕਰ ਰਹੇ ਹੋ, ਉਹਨਾਂ ਦੇ ਅੰਦੋਲਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਭੂਮਿਕਾ ਨਿਭਾ ਸਕਦੇ ਹੋ ਆਪਣੀ? ਤੁਹਾਡਾ ਮੇਨ ਆਪਾਂ ਦੇਖੀਏ ਤਾਂ ਕੀ ਰੋਲ ਹੋ ਸਕਦਾ ਉਸ ਵਿੱਚ? ਕਲਾਕਾਰਾਂ ਦਾ ਰੋਲ ਇਹ ਹੈ ਕਿ ਇਦੋਂ ਪਹਿਲਾਂ ਕਿਸਾਨ ਜਥੇਬੰਦੀਆਂ ਬਹੁਤ ਸੰਘਰਸ਼ ਕਰਦੀਆਂ ਸੀ, ਮੋਰਚੇ ਲਾਉਂਦੀਆਂ ਸੀ। ਕਦੇ ਤੁਸੀਂ ਨੌਜਵਾਨੀ ਨਹੀਂ ਸੀ ਵੇਖੀ ਇਹਨਾਂ ਸੰਘਰਸ਼ਾਂ ਦੇ ਵਿੱਚ। ਇਹ ਜਦੋਂ ਹੁਣ ਸਾਡੀ ਹੋਂਦ ਦੀ ਗੱਲ ਆ ਗਈ ਹੈ, ਜਦੋਂ ਇਹ ਡੈਥ ਵਾਰੰਟ ਨੇ ਤਿੰਨੇ ਬਿੱਲ, ਤਾਂ ਇਹਨਾਂ ਬਿੱਲਾਂ ਨੂੰ ਜਾਣੂ ਕਰਾਉਣ ਲਈ ਔਰ ਇਹਨਾਂ ਬਿੱਲਾਂ ਦਾ ਨੁਕਸਾਨ ਦੱਸਣ ਲਈ ਜਦੋਂ ਕਲਾਕਾਰ ਨਾਲ ਆਇਆ, ਤਾਂ ਅੱਜ ਨੌਜਵਾਨੀ ਧਰਨਿਆਂ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ। ਬਹੁਤ ਵੱਡੀ ਗਿਣਤੀ 'ਚ ਨੌਜਵਾਨੀ ਆ ਰਹੀ ਹੈ ਔਰ ਆਉਣ ਵਾਲੇ ਦਿਨਾਂ 'ਚ ਹੋਰ ਵੱਧ ਰਹੀ ਹੈ ਔਰ ਵਧੂਗੀ। ਇਹ ਕਲਾਕਾਰਾਂ ਦੀ ਮੈਨੂੰ ਲੱਗਦਾ ਬਹੁਤ ਵੱਡੀ ਦੇਣ ਹੈ, ਕਿਉਂਕਿ ਕਲਾਕਾਰਾਂ ਨੂੰ ਵੀ ਜਦੋਂ ਸਮਝਿਆ ਕਿ ਤਾਂ ਯਾਰ ਸਾਡੀ ਹੋਂਦ ਦੀ ਗੱਲ ਹੈ, ਜੇ ਕਿਸਾਨ ਹੀ ਨਹੀਂ ਰਹੂਗਾ, ਕਿਸਾਨੀ ਨਹੀਂ ਰਹੂਗੀ, ਜਿਨ੍ਹਾਂ 'ਤੇ ਅਸੀਂ ਪਿੰਡਾਂ ਜਾ ਕੇ ਖਾੜੇ ਲਾਉਂਦੇ ਹਾਂ, ਵਿਆਹਾਂ ਜਾ ਕੇ, ਉਹੀ ਮਰ ਗਿਆ, ਤਾਂ ਫਿਰ ਤਾਂ ਸਾਰਾ ਪੰਜਾਬ ਹੀ ਮਰ ਗਿਆ, ਕਿਉਂਕਿ ਆਪਣੇ ਤਾਂ ਪੰਜਾਬ ਤਾਂ ਖੜਿਆ ਹੀ ਕਿਸਾਨੀ 'ਤੇ ਹੈ। ਤਾਂ ਜਦੋਂ ਇਹ ਚੀਜ਼ ਸਮਝੀ ਹੈ, ਦਰਦ ਸਮਝਿਆ, ਪਹਿਲਾਂ ਧਰਨੇ ਲੱਗਦੇ ਕਲਾਕਾਰ ਕਿੱਥੇ ਜਾਂਦੇ ਸੀ, ਐਤਕੀ ਦਰਦ ਦਿਲੋਂ ਮਹਿਸੂਸ ਹੋਇਆ ਕਿ ਨਹੀਂ ਯਾਰ ਇਸ ਤੋਂ ਬਾਅਦ ਖਤਮ ਹੋ ਜਾਣਗੇ, ਇਹ ਲੜਾਈ ਤਾਂ ਲੜਨੀ ਪੈਣੀ ਆ। ਤਾਂ ਉਹ ਯੂਥ ਆਇਆ, ਕਲਾਕਾਰਾਂ ਦਾ ਬਹੁਤ ਵੱਡਾ ਇਹਦੇ ਵਿੱਚ ਇਹ ਜਿਹੜਾ ਕੰਟਰੀਬਿਊਟ ਆ। ਸੋ ਤੁਸੀਂ ਗਾਉਂਦੇ ਬਹੁਤ ਵਧੀਆ ਹੋ, ਕਿਸਾਨਾਂ ਨੂੰ ਲੈ ਕੇ ਵੀ ਕੋਈ ਗੀਤ ਲਿਖਿਆ? ਜੀ ਮੈਂ ਪਹਿਲਾਂ ਵੀ ਖੈਰ ਗਾਉਣਾ, ਜਿਹੜੇ ਮੇਰੇ ਲਾਈਵ ਸ਼ੋਜ਼ ਹੁੰਦੇ ਆ ਬਹੁਤ ਸੋਸ਼ਲੀ ਵੀ ਮੁੱਦੇ ਉਠਾਉਂਦੇ ਆ, ਗਾਣੇ ਵੀ ਆ। ਤਾਂ ਇੱਕ ਸ਼ੇਰ ਹੈ ਕਿ ਛੱਡ ਖੈੜਾ ਅੜੀਏ ਦਿਲ, ਛੱਡ ਖੈੜਾ ਦਿੱਲੀਏ ਕਿਸਾਨਾਂ ਦਾ, ਬੀਤੇ ਵੇਲੇ ਨੂੰ ਫੇਰ ਪਛਤਾਵੇਂਗੀ, ਨੀ ਤੂੰ ਚੁੱਲ੍ਹੇ ਦਾ ਮੂੰਹ ਕਦੇ ਵੇਖਿਆ ਹੀ ਨਹੀਂ, ਤੇ ਰੋਟੀ ਕਿੱਦਾਂ ਲਾਵੇਂਗੀ, ਤੇਰੇ ਲੈਟ ਗਈ ਇਨਵੇਟਰ, ਸਾਡੇ ਮੋਮਬੱਤੀ ਜਗਦੀ ਏ, ਤੇਰੀ ਜ਼ਿੰਦਗੀ ਏਸੀ ਨਾਲ ਜੁੜੀ, ਤੈਨੂੰ ਕੀ ਪਤਾ ਭਾਦੋਂ ਕਿੱਦਾਂ ਤਪਦੀ ਏ, ਸਾਡੇ ਹਲ ਚੱਲਦੇ ਉੱਥੇ ਨਹੀਂ ਜਿੱਥੇ ਤੱਤੀ ਲੋ ਨਿਤ ਵਗਦੀ ਏ, ਤੂੰ ਪਾਣੀ ਪੀਂਦੀ ਫਿਲਟਰ ਦਾ, ਅਸੀਂ ਪਾਣੀ ਪੀਂਦੇ ਖੇਲਾਂ ਚੋਂ, ਤੂੰ ਜੰਮੀ ਵਿੱਚ ਆਜ਼ਾਦੀ ਦੇ, ਅਸੀਂ ਹਾਲੇ ਨਹੀਂ ਨਿਕਲੇ ਜੇਲਾਂ ਚੋਂ, ਤੇਰੇ ਘਰ ਵਿੱਚ ਦੋ ਦੋ ਅਸਲੇ ਨੇ, ਇੱਕ ਪਿਸਟਲ ਇੱਕ ਦੁਨਾਲੀ ਨੀ, ਹੋ ਜੱਟ ਨੂੰ ਤਾਂ ਜਾਨੋਂ ਪਿਆਰੇ ਨੇ, ਇੱਕ ਹਲ ਤੇ ਇੱਕ ਪੰਜਾਲੀ ਨੀ, ਸਾਡੀ ਜ਼ਿੰਦਗੀ ਔੜਾ ਮਾਰੀਏ ਜਿਉਂ ਮਾਰੂ ਥਲ ਦੀ ਬੂਟੀ ਨੀ, ਤੂੰ ਮਾਲਕ ਆਪਣੀ ਮਰਜ਼ੀ ਦੀ, ਹੋ ਫਿਰ ਹੋ ਜਾਏਗੀ ਮਜਬੂਰ ਦਿੱਲੀਏ, ਆ ਜਦ ਕਿਸਾਨ ਤੇਰੇ ਵੱਲ ਨੂੰ ਆਏ, ਤੂੰ ਭੱਜੇਗੀ ਫਿਰ ਦੂਰ ਦਿੱਲੀਏ, ਤੇਰੀ ਸਾਡੀ ਕੁੰਡਲੀ ਨਾ ਆਪਸ ਦੇ ਵਿੱਚ ਢੁਕਦੀ ਏ, ਤੇਰੇ ਸਾਡੇ ਵਿੱਚ ਫਰਕ ਬਹੁਤ ਵੱਡਾ, ਉਹ ਦਿੱਲੀਏ ਗੱਲ ਸਾਰੀ ਇੱਥੇ ਮੁੱਕਦੀ ਏ। ਕੀ ਬਾਤ ਹੈ, ਬਹੁਤ ਵਧੀਆ। ਤੁਸੀਂ ਮਤਲਬ ਕਿ ਇੱਕ ਸ਼ਬਦਾਂ ਦੇ ਨਾਲ ਹੀ ਤੁਸੀਂ ਸਾਰੀ ਗੱਲ ਸਮਝਾ ਦਿੱਤੀ ਕਿ ਕਿਸ ਤਰ੍ਹਾਂ ਪੰਜਾਬ ਦੇ ਨਾਲ ਧੱਕਾ ਹੁੰਦਾ ਆਇਆ ਹੈ, ਕੇਂਦਰ ਸਰਕਾਰਾਂ ਦੇ ਵੱਲੋਂ ਵੀ ਸਮੇਂ ਦੇ ਸਰਕਾਰਾਂ ਵੱਲੋਂ ਧੱਕਾ ਹੁੰਦਾ ਆਇਆ। ਸੋ ਗਾਇਕ ਜਿਹੜੇ ਹੁੰਦੇ ਨੇ, ਕਲਾਕਾਰ ਹੁੰਦੇ ਨੇ, ਐਕਟਰਸ ਹੁੰਦੇ ਨੇ, ਉਹਨਾਂ ਦੀ ਬੜੀ ਅਹਿਮ ਭੂਮਿਕਾ ਹੁੰਦੀ ਹੈ, ਕਿਉਂਕਿ ਤੁਹਾਨੂੰ ਲੋਕ ਬਹੁਤ ਸਾਰੇ ਫੋਲੋ ਕਰਦੇ ਨੇ। ਤੇ ਇਸ ਦੇ ਵਿੱਚ ਹੁਣ ਤੁਸੀਂ ਕੀ ਸੋਚਿਆ ਅੱਗੇ ਜਾ ਕੇ, ਜੇ ਕੱਲ ਨੂੰ ਦਿੱਲੀ ਵੀ ਜਾਮ ਕਰਨੀ ਪਈ, ਕਿਸਾਨਾਂ ਦੇ ਨਾਲ ਜਾ ਕੇ ਉੱਥੇ ਖੜੋਗੇ? ਬਿਲਕੁਲ ਖੜਾਂਗੇ ਜੀ। ਦੇਖੋ, ਕਿਸਾਨ ਜਥੇਬੰਦੀਆਂ ਦਾ, ਕਿਸਾਨ ਰੋਹ ਦਾ ਜਿੱਡਾ ਵੀ ਵੱਡਾ ਸੰਘਰਸ਼ ਹੋਇਆ, ਜਿਸ ਵੀ ਲੈਵਲ ਤੇ ਰੋਹ ਆ, ਅਸੀਂ ਨਾਲ ਪਹਿਲ ਦੇ ਆਧਾਰ ਤੇ ਨਾਲ। ਸਿੱਧੀ ਜੀ ਪੰਜਾਬੀ 'ਚ ਗੱਲ ਹੈ ਜੀ, ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ 'ਚ ਬਜ਼ੁਰਗ ਜਾਂਦੇ ਸੀ, ਡਾਂਗਾਂ ਉਹ ਨਹੀਂ ਖਾਣਗੇ, ਜੇ ਡਾਂਗਾਂ ਖਾਣੀਆਂ ਪਈਆਂ, ਗੋਲੀਆਂ ਖਾਣੀਆਂ ਪਈਆਂ, ਪਰਚੇ ਪਰਾਉਣੇ ਪਏ, ਤਾਂ ਇਹ ਨੌਜਵਾਨੀ ਔਰ ਨੌਜਵਾਨਾਂ ਦੇ ਵਿੱਚ ਕਲਾਕਾਰ ਸ਼ਾਮਲ ਨੇ, ਨਾਲ ਨੇ। ਬਹੁਤ ਵਧੀਆ। ਮਤਲਬ ਤੁਸੀਂ ਜੋਸ਼ ਭਰਨ ਦਾ ਵੀ ਇੱਕ ਕੰਮ ਜ਼ਰੂਰ ਕਰੋਗੇ ਨਾਲ, ਜਿਸ ਹਿਸਾਬ ਨਾਲ ਤੁਹਾਡੇ ਗਾਇਕੀ ਤੋਂ ਪਤਾ ਲੱਗ ਰਿਹਾ ਕਿ ਨੌਜਵਾਨਾਂ ਦੇ ਵਿੱਚ ਜਦੋਂ ਜੋਸ਼ ਹੁੰਦਾ ਤੇ ਉਹ ਜਿਹੜੀ ਜੰਗ ਕੋਈ ਵੀ ਹੈਗੀ ਉਹ ਜੋਸ਼ ਨਾਲ ਜਿੱਤੀ ਜਾਂਦੀ ਹੈ, ਤੇ ਨਾਲ ਉਹਦੇ ਹੋਸ਼ ਬੜਾ ਜ਼ਰੂਰੀ ਹੁੰਦਾ ਹੈ। ਸੋ ਮੈਂ ਤੁਹਾਡੇ ਤੋਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨੀ ਦੀ ਹਾਲਤ ਕਿਸ ਤਰ੍ਹਾਂ ਸੁਧਰ ਸਕਦੀ ਹੈ? ਕਿਉਂਕਿ ਐਮਐਸਪੀ ਦਾ ਰੌਲਾ ਪੈ ਰਿਹਾ, ਐਮਐਸਪੀ ਦਾ ਸੈਂਟਰ ਸਰਕਾਰ ਕੱਲ੍ਹ ਨੂੰ ਕਹਿ ਵੀ ਦੇ ਦਿੰਦੇ ਆ, ਉਹਦੇ ਨਾਲ ਕੀ ਖੁਦਕੁਸ਼ੀਆਂ ਦੇ ਕਿਸਾਨ ਐਮਐਸਪੀ ਲੈ ਕੇ ਵੀ ਕਰਦੇ ਰਹੇ ਨੇ ਨਾ। ਬਿਲਕੁਲ। ਤੇ ਤੁਹਾਨੂੰ ਕੀ ਲੱਗਦਾ ਕਿ ਸਰਕਾਰਾਂ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ? ਦੇਖੋ, ਪਹਿਲਾਂ ਵੀ ਬਹੁਤ ਕਮੀਆਂ ਨੇ
ਕਿਸਾਨ ਦੇ ਮਸਲੇ 'ਚ ਮੰਡੀ ਬੋਰਡ ਦੇ ਵਿੱਚ ਵੀ ਬਹੁਤ ਕਾਫੀ ਕਮੀਆਂ ਨੇ। ਕਿਸਾਨ ਨੂੰ ਜਿਹੜਾ ਕਿ ਜਿਹੜੀ ਉਹਦੀ ਇਨਕਮ ਲਈ, ਤਾਂ ਇਹ ਜਿਹੜੇ ਹੈਗੇ ਆ ਬਿੱਲ ਇਹ ਤਾਂ ਜਮੀ ਖਤਮ ਹੀ ਕਰ ਦਿਓ ਨਾ, ਇਹ ਲਾਗੂ ਹੋ ਗਿਆ। ਪਰ ਇਸ ਤੋਂ ਪਹਿਲਾਂ ਸਰਕਾਰਾਂ ਗੱਲ ਤਾਂ ਕਰਦੀਆਂ ਸੀ, ਸੈਂਟਰ ਸਰਕਾਰ ਵੀ ਸਵਾਮੀਨਾਥਨ ਰਿਪੋਰਟ ਦੀ, ਅਗਰ ਸਵਾਮੀਨਾਥਨ ਦੀ ਰਿਪੋਰਟ ਲੱਗਦੀ ਹੈ ਕਿ ਲਾਗਤ ਤੋਂ 50 ਗੁਣਾ ਦੁੱਗਣਾ ਇਸ ਲੈਵਲ ਦੀਆਂ ਗੱਲਾਂ ਹੋ ਰਹੀਆਂ ਸੀ ਕਿ ਮੁੱਲ ਮਿਲੂਗਾ, ਪਰ ਇੱਥੇ ਤਾਂ ਮੁੱਲ ਜਦੋਂ ਅਸੀਂ ਵਪਾਰੀ ਵਾੜਤਾ, ਪ੍ਰਾਈਵੇਟ ਵਪਾਰੀ ਤੁਹਾਨੂੰ ਮੁੱਲ ਕਿਵੇਂ ਦੇ ਦੇਊਗਾ? MSP ਤਾਂ ਪਹਿਲਾਂ ਵੀ ਬਹੁਤ ਫਸਲਾਂ ਤੇ ਹੈ, ਸਿਰਫ ਜ਼ਿਮੀਂਦਾਰ ਪੰਜਾਬ ਦਾ ਕਿਉਂ ਬਸਦਾ ਸੀ? ਕਿਉਂਕਿ APMC ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਦੇ ਨਾਲ ਸਰਕਾਰੀ ਖਰੀਦ ਸੀ ਕਿ ਉਹਦੇ 'ਚ ਕਣਕ ਔਰ ਸਾਡਾ ਝੋਨਾ ਜਿਹੜੀ ਇੱਕ ਸਰਕਾਰੀ ਖਰੀਦ ਤੇ ਪੱਕਾ ਖਰੀਦਿਆ ਜਾਂਦਾ ਸੀ। ਪਰ ਜਿਹੜੀ ਬਾਸਮਤੀ ਚਾਵਲ ਤਾਂ ਪਹਿਲਾਂ ਵੀ ਵਪਾਰੀ ਖਰੀਦਦਾ ਸੀ। ਉਹ ਜਦੋਂ ਤੱਕ ਝੋਨਾ ਪੱਕਿਆ ਨਹੀਂ ਤਾਂ ਉਹਦਾ 2500 3000 ਵੀ ਰੇਟ ਹੁੰਦਾ ਸੀ। ਜਦੋਂ ਕਿਸਾਨ ਆਉਣ ਲੱਗ ਜਾਂਦੀ ਮੰਡੀਆਂ 'ਚ ਤਾਂ 1500 ਰਹਿ ਜਾਂਦਾ। ਇਹ ਕਮੀਆਂ ਤਾਂ ਪਹਿਲਾਂ ਵੀ ਨੇ, ਪਰ ਜਿਹਦੇ ਲਈ ਹਮੇਸ਼ਾ ਕਿਸਾਨ ਸੰਘਰਸ਼ ਵੀ ਕਰਦੇ ਸੀ। ਪਰ ਹੁਣ ਤਾਂ ਇਹ ਤਾਂ ਡੈਥ ਵਾਰੰਟ ਹੈ ਨਾ, ਇਹ ਤਾਂ ਛਵੀ ਖਤਮ, ਮਤਲਬ ਸਾਡੇ ਕੋਲ ਕੋਈ ਆਪਸ਼ਨ ਹੀ ਨਹੀਂ ਛੱਡੀ। ਤੁਸੀਂ ਕੇਸ ਨਹੀਂ ਕਰ ਸਕਦੇ ਹੈ ਨਾ, ਤੁਸੀਂ ਮਤਲਬ DC ਕਿਵੇਂ ਤੁਹਾਡਾ ਫੈਸਲਾ ਕਰ ਦੂਗਾ ਹੈ ਨਾ, ਕਿ MSP ਕੱਲੀ MSP ਤਾਂ ਗਰੰਟੀ ਵੀ ਕਰ ਦੋਗੇ ਜੇ ਕਰ ਦੇਣਗੇ, ਤਾਂ ਫਿਰ ਵੀ ਤਾਂ ਕਿਸਾਨ ਉਹਦੇ 'ਚ ਹੋਰ ਬਹੁਤ ਝੋਲ ਨੇ ਕਿ ਜਿਹਦੇ 'ਚ ਮਰੂਗਾ। ਇਹ ਤਾਂ ਬਿੱਲ ਜੀ ਵਾਪਸ ਲੈਣੇ ਪੈਣਗੇ। ਉਸ ਤੋਂ ਬਾਅਦ ਜਿਹੜੀਆਂ ਸੋਧਾਂ ਲਈ ਕਿਸਾਨ ਸੰਘਰਸ਼ ਕਰਦੇ ਆ, ਇਹ ਜੇ ਜੰਗ ਜਿੱਤ ਗਏ ਤਾਂ ਦੂਜੀਆਂ ਜੰਗਾਂ ਦੇ ਵਿੱਚ ਯੂਥ ਐਵੇਂ ਫਿਰ ਕਿਸਾਨ ਜਥੇਬੰਦੀਆਂ ਦੇ ਨਾਲ ਰਹੂਗਾ, ਉਹ ਜੰਗਾਂ ਵੀ ਜਿੱਤੀਆਂ ਜਾਣਗੀਆਂ। ਠੀਕ ਹੈ। ਸੋ ਕਿਸਾਨ ਭਰਾਵਾਂ ਨੂੰ ਤੁਸੀਂ ਆਪਣੇ ਅੰਦਾਜ਼ ਦੇ ਵਿੱਚ, ਵੱਖਰੇ ਅੰਦਾਜ਼ ਦੇ ਵਿੱਚ ਕੀ ਅਪੀਲ ਕਰਨਾ ਚਾਹੋਗੇ, ਭਾਵੇਂ ਸ਼ਾਇਰਾਨਾ ਜਾਂ ਗੀਤ ਰਾਹੀਂ? ਕਹਿੰਦਾ ਨਵਾਂ ਗੀਤ ਲਿਖਿਆ ਸਾਡਾ ਭਰਾ ਮਨਜਿੰਦਰ, ਉਹਨੇ ਮੈਨੂੰ ਕੱਲ ਭੇਜਿਆ ਤੇ ਉਹ ਸੁਣਾ ਦੇਣਾ ਤੁਹਾਨੂੰ। ਕਹਿੰਦਾ ਕੋਈ ਅੱਜ ਦਾ ਵੈਰ ਨਹੀਂ ਤੇਰੇ ਨਾਲ, ਖੈਂਦੀ ਆ ਬੜੇ ਚਿਰ ਦੀ ਟਾਣੀ ਸਰਕਸ ਵਾਲਿਆਂ ਦੀ, ਪਿੰਜਰੇ ਸ਼ੇਰ ਪਾਉਣ ਨੂੰ ਫਿਰਦੀ, ਇਹ ਨਾ ਸੋਚੀ ਮੁੜ ਜਾਊ ਕੱਲਾ ਧਰਨੇ ਉੱਤੇ ਬਹਿ ਕੇ, ਕਿਸਾਨ ਬਾਗੀ ਹੋ ਗਿਆ ਜੇ ਨੀ ਦਿੱਲੀਏ ਛੱਡੂਗਾ ਹੱਕ ਲੈ ਕੇ, ਆ ਜੱਟ ਬਾਗੀ ਹੋ ਗਿਆ ਜੇ ਨੀ ਦਿੱਲੀਏ ਛੱਡੂਗਾ ਹੱਕ ਲੈ ਕੇ। ਜਾ ਕੀ ਬਾਤ ਹੈ, ਬਹੁਤ ਵਧੀਆ ਤੁਸੀਂ ਲਿਖਿਆ। ਵੜੈਚ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਗੱਲਬਾਤ ਕੀਤੀ ਸਾਡੇ ਨਾਲ। ਸੋ ਗੱਲ ਵੜੈਚ ਜੀ ਦਾ ਕਹਿਣਾ ਹੈ ਕਿ ਜੇ ਕਿਸਾਨ ਬਾਗੀ ਹੋ ਗਿਆ ਤਾਂ ਆਪਣਾ ਹੱਕ ਲੈ ਕੇ ਛੱਡੂਗਾ ਦਿੱਲੀਏ। ਸੋ ਕਿਸਾਨ ਅੱਜ ਜਿਸ ਹਿਸਾਬ ਨਾਲ ਸੜਕਾਂ ਦੇ ਉੱਤੇ ਨੇ, ਤੇ ਇੰਨਾ ਵੱਡਾ ਕਿਸਾਨੀ ਅੰਦੋਲਨ ਪਹਿਲਾਂ ਬਹੁਤ ਘੱਟ ਦੇਖਣ ਨੂੰ ਮਿਲਿਆ। ਅੱਜ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਇੱਕ ਮੰਚ ਦੇ ਉੱਤੇ ਆਈਆਂ ਨੇ। ਸੋ ਹੋਰਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ, ਆਓ ਚੱਲਦੇ ਹਾਂ। ਲੱਖਾ ਸਦਾਣਾ ਜੀ ਇਸ ਵੇਲੇ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਭਾਜੀ ਤੁਹਾਡੇ ਅੰਦਰ ਬਹੁਤ ਦਰਦ ਸੰਜੋਏ ਹੋਏ ਨੇ, ਖਿਡਾਰੀ ਤੋਂ, ਕਬੱਡੀ ਖਿਡਾਰੀ ਤੋਂ ਗੈਂਗਸਟਰ ਤੋਂ ਬਾਅਦ ਅੱਜ ਤੁਹਾਡੇ ਅੰਦਰ ਜਿਹੜਾ ਦਰਦ ਜਾਗਿਆ ਕਿਸਾਨਾਂ ਦਾ, ਸੋ ਕਿਵੇਂ ਜਾਗਿਆ ਦਰਦ, ਕੀ ਮਹਿਸੂਸ ਕਰਦੇ ਹੋ ਤੁਸੀਂ? ਦਰਦ ਬਾਈ ਜਾਗਣਾ ਹੀ ਹੈ ਸਾਡੇ ਨਾਲ। ਕਿੱਥੇ ਕੀ ਹੋਇਆ ਯਾਰ ਸਾਡੇ ਨਾਲ। ਮੈਂ ਤਾਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਸਾਨੂੰ ਕਦੇ ਆਪਣਾ ਸਮਝੇ ਨਹੀਂ ਗਿਆ, ਪੰਜਾਬ ਨੂੰ ਕਦੇ ਇਸ ਮੁਲਕ ਨੇ ਆਪਣਾ ਸਮਝੇ ਨਹੀਂ। 47 ਤੋਂ ਲੈ ਕੇ ਸਾਨੂੰ ਵਾਅਦੇ ਵੱਡੇ ਕੀਤੇ ਗਏ ਸਾਡੇ ਨਾਲ ਕਿ ਤੁਹਾਨੂੰ ਬੜਾ ਇੱਕ ਐਸਾ ਖਿੱਤਾ ਦਿੱਤਾ ਜਾਊਗਾ, ਤੁਸੀਂ ਆਪਣੀ ਪੂਰਨ ਤੁਹਾਡੀ ਗੱਲ ਹੋਊਗੀ, ਤੁਸੀਂ ਆਪਣੀ ਨਿੱਘ ਨਾਲ ਆਪਣੀ ਆਜ਼ਾਦੀ ਦਾ ਆਨੰਦ ਮਾਣੋਗੇ। ਉਹ ਕਿੱਥੇ ਗਈਆਂ ਗੱਲਾਂ ਯਾਰ? 47 ਵੇਲੇ ਵੰਡਿਆ ਪੰਜਾਬ ਗਿਆ, ਭਾਰਤ ਥੋੜ੍ਹੀ ਵੰਡਿਆ ਗਿਆ। ਸਾਡੇ ਪਾਣੀ, ਸਾਡੀਆਂ ਬੋਲੀਆਂ, ਸਾਡੇ ਵਿਰਸੇ, ਸਾਡੇ ਭਾਈਚਾਰੇ ਵੰਡੇ ਗਏ। ਸਮੇਂ-ਸਮੇਂ 'ਤੇ ਸਾਡਾ ਕਦੇ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ, ਉਦੋਂ ਸਾਨੂੰ ਕੱਟ ਵੱਢ ਦਿੱਤਾ ਗਿਆ, ਰਾਜਧਾਨੀਆਂ ਖੋਲ੍ਹੀਆਂ ਗਈਆਂ। ਸਾਨੂੰ 84 'ਚ ਸਾਨੂੰ ਮਾਰਿਆ ਕੁੱਟਿਆ ਗਿਆ, ਬਲਾਤਕਾਰ ਹੋਏ, ਝੂਠੇ ਮੁਕਾਬਲੇ ਹੋਏ, ਤਖਤ ਢਾਹੇ ਗਏ ਹੈ ਨਾ। ਤੇ ਫਿਰ ਅੱਗੇ ਜਾ ਕੇ ਸਾਡੇ ਨਾਲ ਇਨਸਾਫ ਵੀ ਕਿੱਥੇ ਹੋਇਆ? ਉਲਟਾ ਸਾਡੇ ਬੰਦਿਆਂ ਨੂੰ 40-40 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆਂ ਨੂੰ, ਜ਼ਿੰਦਗੀਆਂ ਰੁਲ ਗਈਆਂ, ਪਰਿਵਾਰ ਤਬਾਹ ਹੋ ਗਏ, ਸਜ਼ਾਵਾਂ ਹੀ ਪੂਰੀਆਂ ਕਰ ਲਈਆਂ, ਕੋਈ ਰਿਹਾ ਹੀ ਨਹੀਂ ਹੈ। ਉਲਟਾ ਸਾਨੂੰ ਇਹ ਹੋ ਰਿਹਾ ਕਿ ਜੇ ਕਿਸੇ ਸਿੱਖ ਲਿਟਰੇਚਰ ਫੜਿਆ ਜਾਂਦਾ, ਕਿਤਾਬਾਂ, ਉਹਨੂੰ ਇਹ ਵੀ ਇਹਨਾਂ ਨੂੰ ਐਂ ਲੱਗਦਾ ਕਿ ਪਤਾ ਨਹੀਂ ਕਿੱਡੀ ਤੋਪ ਲਈ ਫਿਰਦੇ ਨੇ। ਉਹ 'ਚ 20 ਸਾਲ ਕੈਦ ਹੋਈ ਆ, ਹੁਸ਼ਿਆਰਪੁਰ ਦੀ ਅਦਾਲਤ ਨੇ ਕੀਤੀ ਸੀ 20 ਸਾਲ ਕੈਦ 3 ਮੁੰਡਿਆਂ ਨੂੰ, ਜਿਨ੍ਹਾਂ ਕੋਲ ਸਿਰਫ ਸਿੱਖ ਸਾਹਿਤ ਦੀਆਂ ਕਿਤਾਬਾਂ ਫੜੀਆਂ ਗਈਆਂ ਸੀ। ਕਮਾਲ ਆ ਯਾਰ। ਅਸੀਂ ਤਾਂ ਇਹੀ ਪਿੱਟਦੇ ਆ ਕਿ ਤੁਸੀਂ ਸਾਨੂੰ ਕਹਿੰਦੇ ਆ ਯਾਰ ਤੁਸੀਂ ਵੱਧ ਕੁਰਬਾਨੀਆਂ ਦੇਣ ਵਾਲਾ ਕੌਣ? ਕਾਲੇ ਪਾਣੀਆਂ ਨਾਲ ਸਜ਼ਾਵਾਂ ਕੱਟਣ ਵਾਲਾ ਸਭ ਤੋਂ ਜ਼ਿਆਦਾ ਕੌਣ? ਫਾਹੇ ਚੜ੍ਹਨ ਵਾਲਾ ਸਭ ਤੋਂ ਜ਼ਿਆਦਾ ਕੌਣ? ਹਿੱਕਾਂ 'ਚ ਗੋਲੀਆਂ ਖਾਣ ਵਾਲੇ ਕੌਣ? ਤੇ ਉਹਦੇ ਬਦਲੇ ਸਾਨੂੰ ਮਿਲਿਆ ਦੱਸੋ ਕੀ ਆ? ਇੱਥੇ ਧੱਕੇ, ਇੱਥੇ ਜ਼ੁਲਮ, ਇੱਥੇ ਬੇਇਨਸਾਫੀ, ਇੱਥੇ ਸਾਡੀ ਮਾਰ ਕੁੱਟ, ਸਾਡੇ ਬਲਾਤਕਾਰ, ਸਾਡੇ ਤਖਤਾਂ, ਸਾਡੇ ਗੁਰਦੁਆਰਿਆਂ ਢਹਿਣਾ, ਇਹੀ ਮਿਲਿਆ ਨਾ। ਤੇ ਉਹੀ ਲੜਾਈ ਤਾਂ ਮੈਂ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ, ਉਹ ਦਰਦ ਮੈਂ ਲੋਕਾਂ ਦੇ ਅੰਦਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਭਰਾਵੋ ਜਦੋਂ ਇਹ ਦਰਦ ਸਾਡੇ ਦਿਲਾਂ 'ਚ ਆ ਗਿਆ ਨਾ, ਕੱਲੇ ਮਨ ਦੇ ਵਿੱਚ ਦਰਦ ਆ ਗਿਆ ਕਿ ਯਾਰ ਸਾਡੇ ਨਾਲ ਕੀ ਹੋਇਆ। ਸਾਡੀ ਜਵਾਨੀ ਭਟਕੀ ਹੋਈ ਆ,
ਰਾਹੋਂ ਕਰਾਹੇ ਪਈ ਹੋਈ ਹੈ। ਹੋਰ ਕਿਤੇ ਕੋਈ ਗਾਇਕਾਂ ਮਗਰ ਤੁਰੀ ਫਿਰਦੀ ਹੈ, ਕੋਈ ਰਾਜਨੀਤਿਕ ਲੋਕਾਂ ਮਗਰ ਝੰਡੇ ਚੱਕੀ ਫਿਰਦੇ ਆ, ਹੁਣ ਤੁਰੇ ਫਿਰਦੇ ਨਾ ਬਾਦਲਾਂ ਤੇ ਕੈਪਟਨਾਂ ਮਗਰ, ਕੋਈ ਹੋਰ ਪਤਾ ਨਹੀਂ ਆਪਸ ਵਿੱਚ ਲੜੀ ਜਾਂਦੀ ਹੈ, ਕੋਈ ਨਸ਼ੇ 'ਚ ਫਸੀ ਪਈ ਹੈ। ਅਸੀਂ ਇਹ ਦਰਦ ਜਗਾਉਣ ਦੀ ਮੈਂ ਕੋਸ਼ਿਸ਼ ਕਰ ਰਹੇ ਹਾਂ। ਜਿੱਦੇ ਦਰਦ ਸਾਡੀ ਜਵਾਨੀ ਦੇ ਅੰਦਰ ਜਾ ਗਿਆ, ਮਹਿਸੂਸ ਕਰ ਲਿਆ ਅਸੀਂ, ਤੇ ਉਹਦੇ ਅਸੀਂ ਕਾਮਯਾਬ। ਲਖਨ ਭਾਜੀ ਤੁਸੀਂ ਬਹੁਤ ਸਾਰੇ ਆਪਣੇ ਰੀਅਲ ਲਾਈਫ ਦੇ ਵਿੱਚ ਭੂਮਿਕਾਵਾਂ 'ਚ ਨਜ਼ਰ ਆਏ, ਤੇ ਅੱਜ ਕਿਸਾਨੀ ਨੂੰ ਲੈ ਕੇ ਜੇ ਅੰਦੋਲਨ ਤੁਹਾਨੂੰ ਕੀ ਲੱਗਦਾ ਕਿਸ ਮੋੜ ਤੱਕ ਜਾਊਗਾ, ਤੇ ਲੱਖਾ ਸਿਧਾਣਾ ਦੀ ਉਸ ਵਿੱਚ ਕੀ ਭੂਮਿਕਾ ਰਹੂਗੀ, ਕੀ ਕਿਰਦਾਰ ਨਜ਼ਰ ਆਊਗਾ? ਦੇਖੋ ਜੋ ਜਥੇਬੰਦੀਆਂ ਨੇ 30 ਨੇ ਅੱਜ ਲੱਖੋਵਾਲ ਇਹਨਾਂ ਨੇ ਫਾਰਗ ਕਰਤਾ, ਚੰਗੀ ਗੱਲ ਹੈ। ਹੋਰ ਵੀ ਇਹਨਾਂ 'ਚ ਕਦੋਂ ਹੈਗੇ, ਮੈਂ ਕਹਿੰਦਾ ਉਹ ਵੀ ਕਰ ਦੇਣ। ਇਮਾਨਦਾਰ ਬੰਦੇ ਵੀ ਹੈਗੇ ਇਹਨਾਂ 'ਚ, ਮੈਂ ਨਹੀਂ ਗੱਲ ਕਹੂੰਗਾ, ਚੰਗੇ ਵੀ ਹੈਗੇ ਜਿਨ੍ਹਾਂ ਨੇ ਘਰ ਗਾਲੇ ਨੇ, ਸੰਘਰਸ਼ ਕੀਤੇ ਨੇ, ਉਹ ਬੰਦਿਆਂ ਨੂੰ ਅੱਗੇ ਲਾ ਕੇ ਜੋ ਇਹ ਅਗਵਾਈ ਕਰ ਰਹੇ ਨੇ। ਅਸੀਂ ਕੋਈ ਅੱਡ ਪ੍ਰੋਗਰਾਮ ਨਹੀਂ ਦੇਣਾ ਚਾਹੁੰਦੇ। ਅੱਡ ਜੋ ਪ੍ਰੋਗਰਾਮ ਦਿੰਦੇ ਆ ਤਾਂ ਉਹਦੇ ਨਾਲ ਇਹ ਗੱਲ ਚੱਲੀ ਜਾਂਦੀ ਹੈ ਕਿ ਇਹ ਘੋਲ ਵਾਲੇ ਪਾਟ ਗਏ ਆ, ਇਹ ਅੱਡੋ ਫਾਟੀ ਹੋ ਗਏ ਆ, ਉਹਦਾ ਨੁਕਸਾਨ ਹੁੰਦਾ। ਅੱਜ ਇੱਕ 'ਚ ਹੀ ਬਰਕਤ ਹੁੰਦੀ ਹੈ। ਇੱਕ ਰਵਾਂਗੇ, ਸਰਕਾਰਾਂ ਨੂੰ ਵੀ ਇਹ ਗੱਲ ਦੀ ਸਮਝ ਪੈ ਜਾਣੀ ਹੈ ਕਿ ਨਹੀਂ ਯਾਰ, ਇਹ ਬੜਾ ਜਿਹੜਾ ਮਤਲਬ ਕਿ ਇਹ ਲੋਕ ਇਕੱਠੇ ਨੇ, ਇਹ ਕਿਹੜਾ ਇਕੱਲੇ ਕਿਸਾਨ ਦੀ ਗੱਲ ਹੈ, ਇਕੱਲੇ ਮਜ਼ਦੂਰ ਦੀ ਗੱਲ ਹੈ। ਦੁਕਾਨਦਾਰ ਦੇ ਸਭ ਤੋਂ ਵੱਡਾ ਬੋਝ ਹੈ। 60 ਲੱਖ ਰੁਪਏ ਦੀ ਸਾਡੇ ਸੇਲ ਆ ਰਿਲਾਇੰਸ ਮਾਰਕੀਟ ਦੀ ਬਠਿੰਡੇ ਸੀ, ਤੇ ਮੂਹਰੇ ਬੈਠੇ ਬੰਦ ਕਰੀ, ਹਫ਼ਤਾ ਹੋ ਗਿਆ। ਦੁਕਾਨਾਂ ਦੇ ਰੌਣਕ ਪਰਤੇ ਆਈ। ਦੁਕਾਨਦਾਰਾਂ ਨੂੰ ਕਿਹਾ ਮੈਂ ਯਾਰ ਤੁਸੀਂ ਆ ਕਿਉਂ ਨਹੀਂ ਰਹੇ, ਕਿ ਤੁਹਾਨੂੰ ਹੁਣ ਤਾਂ ਸਮਝ ਪੈ ਗਈ ਨਾ ਕਿ ਜਿਹੜਾ ਇੱਕ ਰਿਲਾਇੰਸ ਮਾਰਕੀਟ ਨੇ ਤੁਹਾਡਾ ਸਾਰਾ ਕਾਰੋਬਾਰ ਠੱਪ ਕਰਤੇ ਸੀਗੇ, ਤਬਾਹ ਕਰਤੇ ਤੁਹਾਨੂੰ ਕਾਰੋਬਾਰ ਨੂੰ ਤੁਹਾਡੇ ਨੂੰ, ਉਹ ਹੁਣ ਤੁਸੀਂ ਉਹੀ ਕਹਿ ਰਹੇ ਹੋ ਬਈ ਜਿੱਦਾਂ ਦੀ ਬੰਦ ਆ ਕਿ ਉਦੋਂ ਸਾਡੇ ਸਾਰੇ ਬਾਜ਼ਾਰਾਂ 'ਚ ਰੌਣਕ ਆ ਗਈ, ਦੂਜਿਆਂ 'ਚ ਦੁਕਾਨਾਂ ਦੇ ਉਹਨਾਂ ਨੂੰ ਮੁਨਾਫਾ ਹੀ ਹੋਣ ਲੱਗ ਗਏ, ਤੇ ਤੁਸੀਂ ਹੁਣ ਤਾਂ ਆ ਕੇ ਬਹਿ ਜਾਓ। ਤੇ ਇਹ ਸਮਝਣ ਦੀ ਲੋੜ ਆ ਯਾਰ ਵੀ ਹਰ ਰੇਹੜੀ ਵਾਲੇ ਦੀ, ਹਰ ਦੁਕਾਨਦਾਰ ਦੀ, ਹਰ ਛੋਟੇ ਆੜ੍ਹਤੀ ਵਪਾਰੀ ਦੀ, ਹਰ ਮਜ਼ਦੂਰ ਕਿਸਾਨ ਦੀ ਇਕੱਠੀ ਲੜਾਈ ਹੈ, ਸਾਂਝੀ ਲੜਾਈ। ਮੇਰਾ ਆਖਰੀ ਸਵਾਲ ਕਿਸਾਨ ਭਰਾਵਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ? ਇਕੱਠੇ ਹੋ ਜਾਓ, ਛੱਡ ਦਿਓ ਬਾਦਲਾਂ ਕੈਪਟਨਾਂ ਦੇ ਖਹਿੜੇ, ਸਾਡੇ ਸਕੇ ਨਹੀਂ ਹੈਗੇ। ਇਹਨਾਂ ਨੇ ਸਾਨੂੰ ਮਾਰਿਆ ਹੀ ਹੈ, ਕੁੱਟਿਆ ਹੀ ਹੈ, ਕਾਰਪੋਰੇਟ ਘਰਾਣਿਆਂ ਦਾ ਹਿੱਸਾ ਨੇ ਇਹ, ਉਹਨਾਂ ਦੇ ਕਾਰੋਬਾਰ 'ਚ ਹਿੱਸੇਦਾਰੀਆਂ ਨੇ ਇਹਨਾਂ ਦੀਆਂ। ਇਹ ਸਿਰਫ ਤੇ ਸਿਰਫ ਸਾਨੂੰ ਇਹਨਾਂ ਨੇ ਭਰਮਾਉਣਾ ਹੁੰਦਾ ਵੋਟਾਂ ਲੈਣ ਦੀ ਖਾਤਰ। ਤੇ ਆ ਜਾਓ ਯਾਰ, ਹੁਣ ਇਹ ਸਾਡੇ ਲਈ ਅਹਿਮ ਪੰਜਾਬ ਹੈਗਾ, ਮਸਲਾ ਪੰਜਾਬ ਦਾ ਹੈਗਾ। ਇਹ ਬਾਅਦ 'ਚ ਕਰੀ ਜਾਣ ਰਾਜਨੀਤੀਆਂ, ਬਿਹਤਰ ਇਹਨਾਂ ਨਾਲ ਨਖੇੜਾ ਕਰ ਲਓ। ਪੁੱਛ ਲਓ ਨਾ ਜਿਹੜੇ ਬੰਦੇ ਇਹਨਾਂ ਦੇ ਤੁਹਾਨੂੰ ਪਿੰਡਾਂ 'ਚ ਕਹਿਣਾ ਵੀ ਆ ਜਾਓ ਬਾਦਲਾਂ ਦੀ ਰੈਲੀ ਹੈ, ਕੈਪਟਨ ਦੀ ਰੈਲੀ ਹੈ, ਜਾਣਾ, ਉਹਨਾਂ ਨੂੰ ਪੁੱਛ ਲਓ ਕਿ ਕਿਹੜਾ ਬਾਦਲ, ਜਿਹੜੇ ਬਾਦਲ ਨੇ ਛੱਡੇ ਨਹੀਂ ਕੁਛ ਪੰਜਾਬ ਦਾ, ਜਿਹੜੇ ਬਾਦਲ ਕਹਿੰਦੇ ਸੀ ਕਿ ਆਰਡੀਨੈਂਸ ਕਿਸਾਨਾਂ ਲਈ ਬਹੁਤ ਸਹੀ ਹੈ, ਉਹ ਬਾਦਲ, ਜਿਹੜੇ ਬਾਦਲ ਨੇ ਪਾਣੀਆਂ ਦੇ ਸਮਝੌਤੇ ਕੀਤੇ ਕੇਂਦਰ ਦੇ ਨਾਲ, ਉਹ ਕੈਪਟਨ, ਜਿਹੜਾ ਕਦੇ ਸੌਹਾਂ ਖਾਂਦਾ ਸੀਗਾ ਗੁਟਕਾ ਫੜ ਕੇ ਮੈਂ 4 ਹਫ਼ਤੇ ਨਸ਼ਾ ਖਤਮ ਕਰ ਦੂੰਗਾ, ਘਰ ਘਰ ਨੌਕਰੀ ਦੇਊਂਗਾ। ਕਿਹੜੇ ਕੈਪਟਨ, ਕਿਹੜੇ ਬਾਦਲਾਂ ਦੀਆਂ ਗੱਲਾਂ ਕਰਦੇ ਹੋ? ਸਵਾਲ ਕਰੋ ਘੇਰ ਕੇ ਇਹਨਾਂ ਲੋਕਾਂ ਨੂੰ, ਫਿਰ ਗੱਲ ਬਣਨੀ ਹੈ। ਅਸਲ ਅਸੀਂ ਕਟਹਿਰੇ 'ਚ ਲਿਆ ਰਹੇ ਹਾਂ ਸੈਂਟਰ ਨੂੰ, ਕੇਂਦਰ ਨੂੰ, ਬੀਜੇਪੀ ਨੂੰ ਲਿਆਉਣਾ ਚਾਹੀਦਾ। ਉਹ ਵੱਡੇ ਸਾਡੇ ਦੁਸ਼ਮਣ ਨੇ, ਵੱਡੇ ਸਾਡੇ ਤੇ ਹਮਲਾਵਰ ਨੇ, ਪਰ ਨਾਲ ਭਾਈਵਾਲ ਤਾਂ ਇਹ ਵੀ ਉਦੋਂ ਵੱਡੇ ਸਾਡੇ ਗੁਨਾਹਗਾਰ, ਇਹ ਉਹ ਗੁਦਾਰ ਨੇ ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਸਾਡੇ ਨਾਲ ਗਦਾਰੀਆਂ ਕਰਕੇ ਸਾਡੀ ਪਿੱਠ ਛੁਰਾ ਮਾਰਿਆ ਤੇ ਪੰਜਾਬ ਨੂੰ ਇਸ ਰਾਹ 'ਤੇ ਲੈ ਕੇ ਪਾ ਦਿੱਤਾ। ਕੈਪਟਨ ਸਾਹਿਬ ਕਹਿ ਰਹੇ ਨੇ ISI ਦਾ ਖਤਰਾ ਮੰਡਰਾ ਰਿਹਾ ਕਿਸਾਨੀ ਅੰਦੋਲਨ, ਤੇ ਉਹ ਫਾਇਦਾ ਚੁੱਕ ਸਕਦਾ ਪਾਕਿਸਤਾਨ ਇਸ ਚੀਜ਼ ਦਾ। ਉਹ ਯਾਰ ਹਰ ਗੱਲ ਪਾਕਿਸਤਾਨ, ਹਰ ਗੱਲ ਚੀਨ, ਪਾਕਿਸਤਾਨ, ਪਤਾ ਨਹੀਂ ਕਿਹੜੇ IS, ਪਤਾ ਨਹੀਂ ਕਿੱਧਰ ਨੂੰ ਕਹਾਣੀਆਂ ਜੋੜ ਦਿੰਦੇ ਨੇ। ਜਦੋਂ ਇਹਨਾਂ ਨੂੰ ਕੋਈ ਹੋਰ ਗੱਲ ਨਹੀਂ ਲੱਭਦੀ, ਹੋਰ ਨਹੀਂ ਥਿਆਉਂਦੀ, ਫਿਰ ਇਹ ISI ਆ ਗਈ ਜੀ, ਫਿਰ ਇਹ ਆ ਗਿਆ ਜੀ, ਉਹ ਆ ਗਿਆ। ਇਹ ਅਫਵਾਹਾਂ ਨੇ, ਇਹ ਜਾਣਬੁੱਝ ਕੇ ਵੀ ਇਹ ਤਾਰਪਿੰਡੋ ਕਰਨ ਲਈ, ਘੋਲ ਨੂੰ ਕਮਜ਼ੋਰ ਕਰਨ ਲਈ ਵੀ ਗੱਲਾਂ ਹੋ ਰਹੀਆਂ। ਚੁੱਕੇਗੀ ਦਿੱਲੀ ਸਰਕਾਰ ਅੰਦੋਲਨ ਅੱਗੇ? ਝੁਕਣਾ ਪਊ। ਲੋਕ ਤਾਕਤਾਂ ਬਹੁਤ ਵੱਡੀਆਂ ਹੁੰਦੀਆਂ, ਜਦੋਂ ਲੋਕ ਇੱਕ ਹੋ ਗਏ, ਲੋਕਾਂ ਦੀ ਆਵਾਜ਼ ਇੱਕ ਹੋ ਗਈ, ਸਾਰੇ ਮਤਭੇਦ ਭੁਲਾ ਕੇ ਦਿੱਲੀ ਵੀ ਝੁਕ ਜੂ, ਦਿੱਲੀ ਦੀਆਂ ਵੱਡੀਆਂ ਤਾਕਤਾਂ ਵੀ ਝੁਕ ਜਾਣਗੀਆਂ। ਬਿਲਕੁਲ, ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਅੱਗੇ ਦਿੱਲੀ ਵੀ ਚੁੱਕੇਗੀ। ਖਾਸ ਤੌਰ ਤੇ ਕਿਸਾਨਾਂ ਨੂੰ ਕਿਹਾ ਕਿ ਇਕਜੁੱਟ ਰਹੋ। ਤੁਹਾਨੂੰ ਬਾਦਲਾਂ ਤੇ ਕੈਪਟਨ ਤੋਂ ਸਵਾਲ ਪੁੱਛਣੇ ਚਾਹੀਦੇ ਨੇ ਕਿ ਉਹਨਾਂ ਨੇ ਕਿਸਾਨੀ ਲਈ ਹੁਣ ਤੱਕ ਕੀਤਾ ਕੀ ਹੈ, ਕਿ ਪੰਜਾਬ ਦਾ ਬੱਚਾ ਅਵੇਅਰ ਹੋਇਆ ਵੀ ਹਾਂ, ਜਿਨ੍ਹਾਂ ਨੂੰ ਸਾਡੇ ਸੋਸ਼ਲ ਮੀਡੀਆ ਥਰੂ ਪਤਾ ਲੱਗਦਾ, ਅੱਧਿਆਂ ਨੂੰ ਤੁਹਾਡੇ ਮੀਡੀਆ ਦੇ ਥਰੂ ਪਤਾ ਲੱਗਦਾ। ਤੁਸੀਂ ਪਹਿਲੇ ਦਿਨ ਤੋਂ ਸਾਡਾ ਸਾਥ ਦੇ ਰਹੇ ਹੋ। ਮਾੜੀਆਂ ਮੋਟੀਆਂ ਜਿਹੜੇ ਹੈਪਨ ਨੇ ਉਹ ਬੰਦਿਆਂ ਨਾਲ ਹੋ ਜਾਂਦੇ ਨੇ, ਕਿਉਂਕਿ ਤੁਸੀਂ ਵੀ 24 ਘੰਟੇ, ਤੁਹਾਡਾ ਵੀ ਫੀਲਡ ਤਾਂ ਸੇਮ ਹੀ ਆ, ਸੜਕਾਂ ਤੇ ਰਹਿਣਾ, ਅਸੀਂ ਵੀ ਸੜਕਾਂ ਤੇ ਰਹਿਣਾ। ਇਹ ਕੋਈ ਬਾਹਲੀਆਂ ਵੱਡੀਆਂ ਗੱਲਾਂ ਨਹੀਂ, ਪਰ ਚਲੋ ਜਿਹੜਾ ਪ੍ਰੋਸੈਸ ਆ ਉਹ ਪ੍ਰੋਸੈਸ ਹੈ। ਇੱਕ ਵਾਰੀ ਚੈੱਕ, ਮੇਰਾ ਇਹ ਮਾਸ ਇਹ 'ਚ ਪਟ ਗਿਆ, ਠੁੱਕ ਗਿਆ ਹੱਥ ਮੇਰਾ। ਡਾਕਟਰ ਨੇ, ਹਲੇ ਤਾਂ ਮੈਂ ਪੇਨ ਕਿਲਰ ਲੈ ਕੇ ਆਇਆ, ਹੁਣ ਆਉਣ ਲੱਗਿਆ ਉਹਨਾਂ ਨੇ ਕਿਹਾ ਸੀ ਤੂੰ ਐਕਸਰਾ ਕਰਾ ਲਈ। ਹੁਣ ਮੈਂ ਜਾ ਕੇ ਇੱਕ ਆਪਦੇ ਮਨ ਦੀ ਸੰਤੁਸ਼ਟੀ ਲਈ, ਕਿਉਂਕਿ ਜਿਹੜੀਆਂ ਮਾਵਾਂ ਹੁੰਦੀਆਂ ਨੇ ਨਾ ਜੀ, ਬੱਚੇ ਦੇ ਮਾੜੀ ਜਿਹੀ ਖਰੋਚ ਵੀ ਆ ਜਾਵੇ, ਉਹਨਾਂ ਦੇ ਦਿਲ ਨੂੰ ਵਿੱਚ ਚੈਨ ਨਹੀਂ। ਇੱਕ ਤਾਂ ਮੈਂ ਆਪਦੀ ਮਾਤਾ ਨੂੰ ਹਲੇ ਤੱਕ ਮਿਲਿਆ ਨਹੀਂ ਹੈਗਾ ਜਾ ਕੇ, ਉਹਦੇ ਕੰਟੀਨਿਊ ਮੈਨੂੰ 5-5 ਮਿੰਟ ਬਾਅਦ ਫੋਨ ਆਉਂਦੇ, ਤੂੰ ਕਿਵੇਂ ਆ ਕਿਵੇਂ ਨਹੀਂ। ਮੈਂ ਜਾਊਂਗਾ, ਪਰ ਮੈਂ ਐਕਸਰਾ ਨਾਲ ਲੈ ਕੇ ਜਾਊਂਗਾ ਵੀ ਹਾਂ ਮਾਤਾ, ਇਹਦੇ 'ਚ ਜਿਹੜੀ ਵੀ ਪ੍ਰੋਬਲਮ ਆਊਗੀ ਉਹਨੂੰ ਦਿਖਾਊਂਗਾ। ਸੋ ਤਾਂ ਕਰਕੇ ਮੈਨੂੰ ਅੱਜ ਥੋੜ੍ਹੀ ਜਿਹੀ ਕਾਹਲੀ ਹੈ ਜੀ। ਪਹਿਲਾ ਸਵਾਲ ਬਾਜਵਾ ਸਾਹਿਬ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਅੱਜ ਜਿੰਨੇ ਵੀ ਗਾਇਕ ਨੇ, ਐਕਟਰਸ ਨੇ, ਉਹ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਹੈਗੇ ਨੇ। ਹਰੇਕ ਕੋਈ ਕਹਿ ਰਿਹਾ ਅਸੀਂ ਇਹਨਾਂ ਦਾ ਸਮਰਥਨ ਕਰਦੇ ਹਾਂ, ਪਰ ਸਵਾਲ ਵੱਡਾ ਹੀ ਪੈਦਾ ਹੁੰਦਾ ਕਿ ਜਿਹੜੀ ਤੁਹਾਡੇ ਇਸ ਅੰਦੋਲਨ ਦੇ ਵਿੱਚ ਤੁਹਾਡੀ ਭੂਮਿਕਾ ਹੋਣੀ ਕੀ ਚਾਹੀਦੀ ਹੈ? ਅਸਲ ਡੈਫੀਨੇਸ਼ਨ ਕੀ ਹੈਗੀ ਹੈ ਕਿ ਕਲਾਕਾਰ ਕਿਸ ਤਰ੍ਹਾਂ ਇਸ ਅੰਦੋਲਨ ਨੂੰ ਹੋਰ ਜ਼ਿਆਦਾ ਬਲ ਦੇ ਸਕਦੇ ਨੇ? ਇਸ ਅੰਦੋਲਨ 'ਚ ਭੂਮਿਕਾ ਇਹੀ ਕਲਾਕਾਰ ਦੀ ਹੋਣੀ ਚਾਹੀਦੀ ਹੈ ਵੀ ਕਲਾਕਾਰਾਂ 'ਤੇ ਸਿੱਧੇ ਤੌਰ 'ਤੇ ਜਿਹੜੀ ਗੱਲ ਲਾਗੂ ਹੁੰਦੀ ਹੈ ਵੀ ਕਲਾਕਾਰਾਂ ਨੂੰ ਨੌਜਵਾਨੀ ਬਹੁਤ ਵੱਡੇ ਪੱਧਰ 'ਤੇ ਫੋਲੋ ਕਰਦੀ ਹੈ।
ਇਹ ਸੱਚ ਵੀ ਹੈ, ਚ ਕੋਈ ਸਾਨੂੰ ਦਿਲਾਂ 'ਚ ਥਾਂ ਦਿੱਤਾ ਪੰਜਾਬ ਦੀ ਜਨਰੇਸ਼ਨ ਨੇ, ਪੰਜਾਬ ਦਿਆਂ ਲੋਕਾਂ ਨੇ। ਸੋ ਸਾਡਾ ਅੱਜ ਇਹ ਫਰਜ਼ ਬਣਦਾ ਵੀ ਅਸੀਂ ਪਹਿਲੀ ਗੱਲ ਤਾਂ ਇਹ ਵੀ ਇਹਨਾਂ ਬਿੱਲਾਂ ਦੀਆਂ ਮਾਰੂ ਜਿਹੜੀਆਂ ਆਉਣ ਵਾਲੀਆਂ ਸਾਡੇ ਤੇ ਮਾਰਾਂ ਪੈਣੀਆਂ ਨੇ, ਅਸੀਂ ਉਹ ਦੱਸ ਸਕੀਏ ਵੀ ਇਹ ਸਾਡੇ ਆਉਣ ਵਾਲੇ ਖੇਤਾਂ ਤੇ ਸਾਡੇ ਰੁਜ਼ਗਾਰ ਤੇ ਕਿਵੇਂ ਨੁਕਸਾਨ ਹੋ ਰਿਹਾ। ਕਿਉਂਕਿ ਪੰਜਾਬ ਦੇ ਮੈਨੂੰ ਨਹੀਂ ਲੱਗਦਾ ਕਿਸੇ ਨੌਜਵਾਨੀ ਨੂੰ, ਸਾਡੇ ਤਾਂ ਪਰਿਵਾਰ 'ਚ ਕਿਸੇ ਨੂੰ ਨੌਕਰੀ ਨਹੀਂ ਮਿਲੀ ਸਰਕਾਰੀ, ਤੁਹਾਡੇ ਵੀ ਨਹੀਂ ਮਿਲੀ ਹੋਣੀ, ਆਪਦਾ ਕਿੱਤਾ। ਸੋ ਸਾਡਾ ਕਰਕੇ ਖਾਣ ਵਾਲਾ ਜਿਹੜਾ ਕਿੱਤਾ ਹੈ ਪੰਜਾਬ ਦਾ ਸਿੱਧੇ ਤੌਰ ਤੇ ਉਹ ਖੇਤੀਬਾੜੀ ਹੈ। ਹੁਣ ਕੇਂਦਰ ਦੀ ਸਰਕਾਰ ਜੇ ਸਾਡੀ ਜ਼ਮੀਨ ਕੁਝ ਕਾਰਪੋਰੇਟ ਘਰਾਣਿਆਂ ਨੂੰ ਖੋਹ ਕੇ ਦਊਗੀ ਤਾਂ ਅਸੀਂ ਵਿਰੋਧ ਤਾਂ ਕਰਾਂਗੇ। ਐਜ਼ ਅ ਨੌਜਵਾਨ ਹੋਣ ਦੇ ਨਾਤੇ ਮੈਂ ਵੀ ਇੱਕ ਪਹਿਲਾਂ ਕਿਸਾਨ ਆ ਜੀ, ਕਲਾਕਾਰ ਬਾਅਦ ਚੋਂ ਆ। ਚਲੋ ਜੇ ਕਲਾਕਾਰ ਵੀ ਇੱਕ ਸੈਲੀਬ੍ਰਿਟੀ ਫੇਸ ਆ, ਉਹਨੂੰ ਲੋਕ ਫੋਲੋ ਕਰਦੇ ਆ, ਪਿਆਰ ਕਰਦੇ ਆ, ਤਾਂ ਮੇਰਾ ਐਜ਼ ਐਨ ਕਲਾਕਾਰ ਇਹ ਫਰਜ਼ ਬਣਦਾ ਸਿੱਧੇ ਤੌਰ ਤੇ ਮੈਂ ਉਹਨਾਂ ਨੂੰ ਦੱਸਾਂ ਵੀ ਇਹ ਆਉਣ ਵਾਲੇ ਸਮੇਂ 'ਚ ਸਾਡੇ ਤੇ ਕਿਵੇਂ ਮਾਰੂ ਹੋਣਗੇ ਬਿੱਲ। ਸੋ ਮੈਂ ਆਪਦਾ ਫਰਜ਼ ਕਿਤੇ ਨਾ ਕਿਤੇ ਨਿਭਾ ਰਿਹਾ, ਤੇ ਮੈਂ ਨਹੀਂ, ਸਾਡੀ ਸਾਰੀ ਇੰਡਸਟਰੀ ਨਿਭਾ ਰਹੀ ਹੈ ਜੀ। ਤੁਸੀਂ ਕਿਸਾਨੀ ਤੇ ਰੁਜ਼ਗਾਰ ਦੀ ਗੱਲ ਕੀਤੀ ਹੈ, ਕੱਲ ਨੂੰ ਤੁਹਾਡੇ ਰੁਜ਼ਗਾਰ ਤੇ ਵੀ ਤਾਂ ਖਤਰਾ ਖੜਾ ਹੋ ਸਕਦਾ ਹੈ, ਕਿਉਂਕਿ ਅੱਜ ਸਰਕਾਰਾਂ ਵੀ ਦੇਖ ਰਹੀਆਂ ਕਿਹੜਾ ਸਿੰਗਰ, ਕਿਹੜਾ ਐਕਟਰ ਸਾਡੇ ਵਿਰੁੱਧ ਬੋਲ ਰਿਹਾ। ਕੱਲ ਨੂੰ ਫਿਲਮਾਂ ਵੀ ਆਉਂਦੀਆਂ ਨੇ, ਗੀਤ ਵੀ ਆਉਂਦੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਵੀ ਸਰਕਾਰਾਂ ਕੱਲ ਨੂੰ ਔਖੀਆਂ ਕਰ ਸਕਦੀਆਂ? ਨਹੀਂ, ਡੈਮੋਕ੍ਰੇਸੀ ਹੈ ਜੀ ਇੱਥੇ, ਲੋਕਤੰਤਰ 'ਚ ਆਪਣਾ ਹੱਕ ਮੰਗਣਾ ਕੋਈ ਗੁਨਾਹ ਨਹੀਂ, ਕੋਈ ਧਰਨੇ ਲਾਉਣੇ ਕੋਈ ਗੁਨਾਹ ਨਹੀਂ ਹੈਗਾ। ਸਾਡੇ ਲਾਅ 'ਚ ਲਿਖਿਆ ਅਸੀਂ ਆਪਦਾ ਹੱਕ ਮੰਗ ਰਹੇ ਹਾਂ। ਤੁਸੀਂ ਬਿੱਲ ਲਾਗੂ ਕੀਤੇ, ਅਸੀਂ ਸਾਡੇ ਨਹੀਂ ਐਕਸੈਪਟੇਬਲ ਹੈਗੇ, ਅਸੀਂ ਆਪਦੇ ਕਿਉਂਕਿ ਜਦੋਂ ਕੋਈ ਬਿੱਲ ਲਾਗੂ ਹੁੰਦਾ ਹੈ ਤਾਂ ਤੁਸੀਂ ਪੰਜਾਬ ਤੋਂ ਲੋਕਾਂ ਨੂੰ ਬੁਲਾਓ। ਤੁਹਾਨੂੰ ਵੀ ਪਤਾ ਰਾਜ ਸਭਾ ਦੇ ਮੈਕ ਬੰਦ ਕਰਕੇ ਤਾਂ ਤੁਸੀਂ ਬਿੱਲਾਂ ਤੇ ਸਾਈਨ ਕਰਾ ਲਏ। ਤੁਸੀਂ ਪੰਜਾਬ ਤੋਂ ਰਿਸਰਚਰਾਂ ਨੂੰ ਬੁਲਾਓ ਜਿਹੜੇ ਪੰਜਾਬ ਦੇ ਖੇਤੀ ਦੇ ਰਿਸਰਚ ਨੇ, ਉਹਨਾਂ ਨੂੰ ਰਿਸਰਚ ਕਰ ਰਹੇ ਆ, ਉਹਨਾਂ ਨੂੰ ਪੁੱਛੋ ਵੀ ਪੰਜਾਬ 'ਚ ਆਉਣ ਵਾਲੇ ਸਮੇਂ 'ਚ ਕਿਹੜੀ ਖੇਤੀਬਾੜੀ ਅਸੀਂ ਲਾਗੂ ਕਰੀਏ, ਜਾਂ ਪੰਜਾਬ ਨੂੰ ਕੀ ਨਵਾਂ ਕਰਨ ਦਈਏ ਜਿਹਦੇ ਨਾਲ ਪੰਜਾਬ ਦਾ ਪਾਣੀ ਵੀ ਬਚੇ, ਪੰਜਾਬ ਦਾ ਜ਼ਿਮੀਂਦਾਰ ਵੀ ਬਚੇ, ਪੰਜਾਬ ਦੀ ਕਿਸਾਨੀ ਵੀ ਬਚੇ। ਕਿਵੇਂ ਜ਼ਿਮੀਂਦਾਰ ਸੈਲਫ ਡਿਪੈਂਡੈਂਟ ਹੋਵੇ, ਇੱਕ ਵੱਖਰਾ ਕਿੱਤਾ ਹੋਵੇ, ਖੇਤਾਂ ਦੇ ਨਾਲ ਨਾਲ ਹੋਰ ਚੀਜ਼ਾਂ ਵੀ ਅਸੀਂ ਖੇਤੀ 'ਚੋਂ ਹੀ ਕੱਢ ਸਕੀਏ, ਜਿਵੇਂ ਸਬਜ਼ੀਆਂ ਹੋ ਗਈਆਂ ਜਾਂ ਹੋਰ ਵੱਖ-ਵੱਖ ਫਸਲਾਂ ਹੋ ਗਈਆਂ। ਉਹ ਤਾਂ ਉਹਨਾਂ ਨੇ ਸਾਡੀ ਸਲਾਹ ਤੱਕ ਨਹੀਂ ਲਈ, ਉਲਟਾ ਸਾਨੂੰ ਕਹਿਤਾ ਵੀ ਜੀ ਕਾਰਪੋਰੇਟ ਘਰਾਣੇ ਆਉਣਗੇ, ਉਹ ਤੁਹਾਨੂੰ ਸਿਖਾਉਣਗੇ ਵੀ ਇੱਦਾਂ ਵੱਡੇ ਪਲਾਟ ਲਾਓ, ਬਿੱਲ ਲਾਗੂ ਕਰੋ, ਤੇ ਅਸੀਂ ਤੁਹਾਨੂੰ ਆ ਕੇ ਸਲਾਹਾਂ ਦੇਵਾਂਗੇ। ਉਹ ਅਸੀਂ ਨਹੀਂ ਹੋਣ ਦੇਵਾਂਗੇ, ਕਿਉਂਕਿ ਪੰਜਾਬ ਹੈ ਜਿਹੜਾ, ਤੁਸੀਂ ਇਹ ਨਾ ਸੋਚੋ ਵੀ ਸਾਨੂੰ ਖੇਤੀ ਕਰਨੀ ਨਹੀਂ ਆਉਂਦੀ। ਸਾਡਾ ਤਾਂ 4 ਸਾਲ ਦਾ ਜਵਾਕ ਟਰੈਕਟਰ ਤੇ ਚੜ੍ਹ ਜਾਂਦਾ। ਸਾਨੂੰ ਪਤਾ ਜੇ ਤੁਸੀਂ ਸਾਡੇ ਤੇ ਬਿੱਲ ਲਾਗੂ ਕਰਨੇ ਸੀ ਤਾਂ ਸਾਡੀਆਂ ਫਸਲਾਂ ਦੇ ਰੇਟ ਸਾਨੂੰ ਹੱਕ ਦਿੰਦੇ, ਅਸੀਂ ਤੁਹਾਨੂੰ ਆਪਣੀਆਂ ਫਸਲਾਂ ਦੇ ਹੱਕ ਆਪ ਸਾਡੇ ਹੱਥ 'ਚ ਹੁੰਦੇ ਵੀ ਸਾਡੀ ਫਸਲ ਅਸੀਂ ਕਿਹੜੇ ਰੇਟ ਨੂੰ ਵੇਚਣੀ ਹੈ। ਡੀਜ਼ਲ ਤੇ ਸਬਸਿਡੀ ਹੁੰਦੀ, ਸਾਡੀਆਂ ਸੁਸਾਇਟੀਆਂ 'ਚ ਲਿਆ ਕੇ ਟਰੈਕਟਰ ਖੜਾਏ ਜਾਂਦੇ, ਸਰਕਾਰ ਵਿੱਚ ਵਿਚੋਲੀਆ ਬਣਦੀ, ਸਰਕਾਰ ਨੂੰ ਅਸੀਂ ਸਰਕਾਰ ਨਾਲ ਕੰਟਰੈਕਟ ਕਰਦੇ, ਨਾ ਕਿ ਸਿੱਧੇ ਕੰਟਰੈਕਟਰ ਨਾਲ ਕੰਟਰੈਕਟ ਕਰਦੇ। ਪਰ ਇਹਨਾਂ ਬਿੱਲਾਂ 'ਚ ਉੱਦਾਂ ਦਾ ਕੁਝ ਵੀ ਨਹੀਂ ਹੈ, ਤਾਂ ਸਿੱਧੇ ਤੌਰ ਤੇ ਇੱਕ ਡਿਕਟੇਟਰਸ਼ਿਪ ਦੀ ਤਰ੍ਹਾਂ ਜਿਹੜੇ ਥੋਪੇ ਗਏ ਹੁੰਦੇ ਆ, ਉਹ ਹੈ ਜੀ ਸਾਡੇ ਤੇ। ਸੋ ਆਖਰੀ ਸਵਾਲ ਮੇਰਾ, ਅੱਜ ਦੀ ਬੈਠਕ ਦੇ ਵਿੱਚ ਸੋ ਉਹਦੇ ਲਈ ਜੇ ਸੰਘਰਸ਼ ਕਰਨਾ ਪਿਆ ਤਾਂ ਅਸੀਂ ਕਰਾਂਗੇ, ਤੇ ਅਸੀਂ ਕਰ ਰਹੇ ਹਾਂ। ਅੱਜ ਦੀ ਬੈਠਕ 'ਚ ਨਤੀਜਾ ਇਹ ਨਿਕਲਿਆ ਵੀ ਸਾਡਾ ਜਿਹੜਾ ਸਮਰਥਨ ਜਥੇਬੰਦੀਆਂ ਨੂੰ ਸੀਗਾ ਜੀ, ਉਹ ਕੰਟੀਨਿਊ ਬਰਕਰਾਰ ਹੈ। ਪਹਿਲਾਂ ਥੋੜੀ ਜਥੇਬੰਦੀਆਂ ਸੀਗੀਆਂ ਜਿਹੜੀਆਂ ਆਪਦਾ ਟੋਲ ਲੱਗ ਘੇਰੇ ਹੋਏ ਸੀ, ਉਹਨਾਂ ਨੇ ਉਹ ਵੀ ਸਾਡੀ ਸਹਿਮਤੀ ਨਾਲ ਹੀ ਸੀ, ਕਿਸੇ ਨੇ ਪੈਟਰੋਲ ਪੰਪ ਘੇਰੇ ਹੋਏ ਸੀ। ਅੱਜ ਸਭ ਦੀ ਇਹ ਸਹਿਮਤੀ ਹੋ ਗਈ ਕਿ ਪੈਟਰੋਲ ਪੰਪ, ਟੋਲ ਪਲਾਜ਼ੇ, ਰਿਲਾਇੰਸ ਦੇ ਮਾਲ ਰਿਲਾਇੰਸ ਦੇ ਜਿੰਨੇ ਵੀ ਨੇ, ਤੇ ਬੀਜੇਪੀ ਦੇ ਆਗੂਆਂ ਦੇ ਘਰ, ਰੇਲਵੇ ਲਾਈਨਾਂ, ਇਹ ਕੰਟੀਨਿਊ ਅਸੀਂ ਸਾਰੇ ਪੰਜਾਬ 'ਚ ਬੰਦ ਕਰਾਂਗੇ। ਤੇ ਹੁਣ ਅਸੀਂ ਉਹਨਾਂ ਦੇ ਨਾਲ ਹਾਂ ਜੀ, ਸਮਰਥਨ ਸਾਡਾ ਉਹਨਾਂ ਨੂੰ, ਅਸੀਂ ਉਹਨਾਂ ਦੇ ਨਾਲ ਨੌਜਵਾਨਾਂ ਨੂੰ ਉਹਨਾਂ ਦਾ ਸੁਨੇਹਾ ਦੇਵਾਂਗੇ ਕਿ ਇਹ 5 ਚੀਜ਼ਾਂ ਅਸੀਂ ਘੇਰਨੀਆਂ ਨੇ ਆਪਦੇ ਏਰੀਏ 'ਚ, ਇਹਨਾਂ ਤੇ ਜਾ ਕੇ ਫੋਕਸ ਕਰੋ। ਕੱਲ ਨੂੰ ਜੇ ਲੋੜ ਪਈ ਤਾਂ ਕਿਸਾਨਾਂ ਦੇ ਨਾਲ ਦਿੱਲੀ ਵੀ ਜਾ ਕੇ ਬਿਲਕੁਲ, ਮੈਂ ਤਾਂ ਸਮੇਂ ਨੌਜਵਾਨੀ ਇੰਨੀ ਤੱਤੀ ਆ, ਸਾਨੂੰ ਤਾਂ ਮੈਸੇਜ ਹੀ ਇੰਨੇ ਆਉਂਦੇ ਆ, ਕਿਉਂਕਿ ਗਰਮ ਜੋਸ਼ੀ ਹੁੰਦੀ ਹੈ ਜੀ ਨੌਜਵਾਨ। ਇੱਕ ਥੋੜ੍ਹਾ ਜਿਹਾ ਉਮਰ ਦਾ ਤਕਾਜ਼ਾ ਇਹੋ ਜਿਹਾ ਹੁੰਦਾ ਵੀ ਥੋੜ੍ਹਾ ਜਿਹਾ ਜੋਸ਼ ਵੱਧ ਹੁੰਦਾ। ਸੋ ਤਜਰਬਾ ਇਹ ਸਾਡੇ ਬਜ਼ੁਰਗਾਂ ਕੋਲੇ ਹੈ। ਦਿੱਲੀ ਦੀ ਬੜੀ ਕਾਲ ਆਉਂਦੀ ਹੈ ਵੀ ਦਿੱਲੀ ਚੱਲੀਏ, ਲੋੜ ਪੈ ਗਈ ਜਾਣ ਦੀ ਦਿੱਲੀ। ਮੈਂ ਵਾਰ-ਵਾਰ ਕਿਹਾ ਜੇ ਲੜਾਈ ਆਰ-ਪਾਰ ਦੀ ਲੜਨੀ ਪੈ ਗਈ ਤਾਂ ਦਿੱਲੀ ਸਾਨੂੰ ਦੂਰ ਨਹੀਂ ਹੈਗਾ, 3 ਘੰਟੇ ਦਾ ਰਸਤਾ, ਅਸੀਂ ਜਾ ਵੜਾਂਗੇ ਜੀ। ਕਿਸਾਨ ਭਰਾਵਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ? ਕਿਸਾਨ ਭਰਾਵਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਵੀ ਏਕਾ ਰੱਖਿਓ ਤੇ ਡੋਲਿਓ ਨਾ। ਜੇ ਤੁਸੀਂ ਕਹੋਗੇ ਨਾ ਵੀ ਫਸਲ ਆ ਗਈ 10-15 ਦਿਨਾਂ ਦੇ ਵਿੱਚ ਆਪਾਂ ਅੱਡ ਹੋ ਜਾਾਂਗੇ ਜਾਂ ਆਪਣੇ ਖੇਤਾਂ 'ਚ ਬਿਜ਼ੀ ਹੋ ਜਾਾਂਗੇ, ਤੁਸੀਂ ਵਾਰੀਆਂ ਵੰਡ ਲਓ। 1 ਸਾਲ ਕੁਝ ਨਹੀਂ ਹੋਣਾ। ਤੁਹਾਡਾ ਸੰਘਰਸ਼ ਹੈ ਜਿਹੜਾ, ਪਹਿਲਾਂ ਤੁਸੀਂ ਵਧਾਈ ਦੇ ਪਾਤਰ ਹੋ, ਬਹੁਤ ਵਧੀਆ ਤਰੀਕੇ ਨਾਲ ਜਾ ਰਿਹਾ, ਤੁਸੀਂ ਪੀਕ ਤੇ ਜਾ ਰਹੇ ਹੋ। ਬਸ ਏਕਾ ਰੱਖਿਓ, ਪਿੱਛੇ ਨਾ ਹਟਿਓ। ਆਪਣੇ ਹੱਕ ਆਪਾਂ ਨੂੰ 200% ਮਿਲਣਗੇ, ਮਹਾਰਾਜ ਮਿਹਰ ਕਰੂਗਾ। ਤੇ ਆਪਦੇ ਘਰੋਂ ਜਦੋਂ ਵੀ ਤੁਸੀਂ ਹੱਕਾਂ ਲਈ ਬਾਹਰ ਆਉਨੇ ਹੋ, ਅਰਦਾਸ ਗੁਰੂ ਮਹਾਰਾਜ ਨੂੰ ਕਰਕੇ ਆਇਆ ਕਰੋ ਕਿ ਮਹਾਰਾਜ ਸਾਨੂੰ ਬਲ ਬਖਸ਼ੋ, ਅਸੀਂ ਜਿੱਤ ਕੇ ਵਾਪਸ ਮੁੜੀਏ। ਗੱਲਬਾਤ ਕਰਨੀ ਸ਼ੁਕਰੀਆ ਤੁਹਾਡਾ, ਬਹੁਤ ਮਿਹਰਬਾਨੀ। ਬਿਲਕੁਲ, ਇਹ ਸਨ ਜਸ ਬਾਜਵਾ ਜੀ, ਜਿਨ੍ਹਾਂ ਦਾ ਆਖਣਾ ਹੈ ਕਿ ਕਿਸਾਨਾਂ ਨੂੰ ਅੱਜ ਏਕਾ ਰੱਖਣ ਦੀ ਲੋੜ ਹੈ। ਇਹ ਸੰਘਰਸ਼ ਜਿਹੜਾ ਹੈਗਾ ਤਾਂ ਹੀ ਜਿੱਤਿਆ ਜਾ ਸਕਦਾ ਹੈ। ਖਾਸ ਤੌਰ ਤੇ ਉਹਨਾਂ ਨੇ ਆਖਿਆ ਕਿ ਜੇ ਕੱਲ੍ਹ ਨੂੰ ਦਿੱਲੀ ਜਾ ਕੇ ਘੇਰਨੀ ਪਈ ਤਾਂ ਅਸੀਂ ਉਹ ਵੀ ਘੇਰਾਂਗੇ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰ ਟੀਵੀ।